ਅੱਜ ਦੇ ਪੰਥ ਆਰਕਾਈਵਸ ਦੇ ਪੋਡਕਾਸਟ ਵਿੱਚ ਆਪਾਂ ਜੁੜੇ ਹਾਂ ਨਾਭਾ ਪਰਿਵਾਰ ਦੇ ਨਾਲ, ਜੋ ਕਿ ਹੁਣ ਥੋੜ੍ਹੇ ਸਾਲਾਂ ਤੋਂ ਲੈ ਕੇ ਨਾਭਾ ਦੇ ਹੀਰਾ ਮਹਿਲ ਵਿੱਚ ਵਾਪਸ ਆਏ ਹਨ। ਹਿਸਟਰੀ ਵਿੱਚ ਨਾਭੇ ਦੇ ਰਾਜਿਆਂ ਨੂੰ ਧਰਮੀ ਰਾਜਾ ਦਾ ਖਿਤਾਬ ਮਿਲਦਾ। ਇਹ ਇਸ ਲਈ ਕਿਉਂਕਿ ਇਹਨਾਂ ਨੇ ਆਪਣੇ ਨਾਭੇ ਦੇ ਲੋਕਾਂ ਲਈ ਹਮੇਸ਼ਾ ਇਕੁਆਲਿਟੀ ਦੀ ਸੋਚ ਰੱਖੀ। ਨਾ ਸਿਰਫ ਇਹ, ਪਰ ਜਦੋਂ ਇਤਿਹਾਸ ਵਿੱਚ ਸਿੱਖਾਂ ਨਾਲ ਵੱਖ-ਵੱਖ ਘਟਨਾਵਾਂ ਵੀ ਵਾਪਰੀਆਂ ਤਾਂ ਕਈ ਨਾਭੇ ਦੇ ਇੱਦਾਂ ਦੇ ਵੀ ਰਾਜੇ ਹੋਏ ਜਿਨ੍ਹਾਂ ਨੇ ਕੌਮ ਖਾਤਰ ਆਪਣੀ ਗੱਦੀ ਤਾਂ ਆਪਣਾ ਰਾਜ ਭਾਗ ਛੱਡਿਆ। ਜਿਵੇਂ ਤੁਹਾਨੂੰ ਦੱਸਿਆ, ਨਾਭਾ ਪਰਿਵਾਰ ਹੁਣ ਵਾਪਸ ਹੀਰਾ ਮਹਿਲ ਆਇਆ ਔਰ ਇਸ ਨਾਭੇ ਪਰਿਵਾਰ ਦੇ ਕਈ ਮੈਂਬਰਾਂ ਤੋਂ ਅੱਜ ਆਪਾਂ ਨਾਭਾ ਤੇ ਨਾਭੇ ਦੇ ਮਹਾਰਾਜਿਆਂ ਦਾ ਪੂਰਾ ਇਤਿਹਾਸ ਤੁਹਾਡੇ ਸਾਹਮਣੇ ਲੈ ਕੇ ਆਏ ਹਾਂ। A warm welcome to all the viewers of Panth Archives' first podcast. So Panth Archives is a page which I've run over the past year, and it focuses on bringing forward Sikh and Punjabi heritage to you via social media platforms such as Instagram and TikTok. Over the past few months, we have done research into the royal families of Punjab, and so today we are joined with 3 members of the Nabha royal family. The majority of today's podcast will take place in English and Punjabi. So I hope you enjoy today's podcast, and I'd like to introduce 3 members of the Nabha family, and they are Maharani Preeti Singh of Nabha, Sat Shri Akal, Maharani Uma Singh of Nabha, and Qamar Abhyuday Pratap Singh of Nabha. ਸਤਿ ਸ਼੍ਰੀ ਅਕਾਲ। So ਹੁਣ ਮੈਂ ਸ਼ੁਰੂ ਕਰਨਾ ਚਾਹੁੰਦਾ ਪੋਡਕਾਸਟ ਪਹਿਲੇ ਕਨਵਰ ਅਭਿਉਦੈ ਪ੍ਰਤਾਪ ਸਿੰਘ ਜੀ ਦੇ ਨਾਲ, ਜੋ ਲਾਸਟ ਈਅਰ ਤੋਂ ਲੈ ਕੇ ਹੁਣ ਤੱਕ ਇੱਕ ਨਾਭਾ ਫੈਮਿਲੀ ਦੇ ਬਹੁਤ ਪ੍ਰੋਮੀਨੈਂਟ ਮੈਂਬਰ ਬਣੇ, ਭਾਵੇਂ ਉਹਨਾਂ ਦੀ ਦਸਤਾਰਬੰਦੀ ਹੋਵੇ ਤੇ ਭਾਵੇਂ ਉਹਨਾਂ ਦੀ ਇੰਟਰਵਿਊਜ਼ ਜਿਨ੍ਹਾਂ ਦੇ ਵਿੱਚ ਉਹ ਆਪਣੇ ਪਰਿਵਾਰ ਦਾ ਹਿਸਟਰੀ ਸਾਡੇ ਨਾਲ ਸਾਂਝੇ ਕਰਦੇ ਆ। ਸੋ ਕਮਰ ਸਾਹਿਬ, ਤੁਹਾਡਾ ਅੱਜ ਦੇ ਪੋਡਕਾਸਟ ਵਿੱਚ ਬਹੁਤ ਬਹੁਤ ਸਵਾਗਤ। ਬਹੁਤ ਬਹੁਤ ਧੰਨਵਾਦ ਜੀ। ਮੈਂ ਸ਼ੁਰੂ ਕਰਨਾ ਚਾਹੁੰਦਾ ਵੀ ਤੁਹਾਡੀ ਸਿੱਖ ਹਿਸਟਰੀ ਔਰ ਆਪਣੀ ਨਾਭਾ ਦੀ ਐਂਸੈਸਟਰੀ ਤੋਂ ਲੈ ਕੇ ਤੁਹਾਡੀ ਜਰਨੀ ਕਿੱਥੋਂ ਸ਼ੁਰੂ ਹੁੰਦੀ ਆ, ਕਿਉਂਕਿ ਮੇਰੇ ਹਿਸਾਬ ਦੇ ਨਾਲ ਤੁਸੀਂ ਦਿੱਲੀ ਵਿੱਚ ਤੁਹਾਡੀ ਅਪਬ੍ਰਿੰਗਿੰਗ ਹੋਈ ਆ ਤੇ ਹੁਣ ਰੀਸੈਂਟਲੀ ਪੰਜਾਬ ਵਿੱਚ ਆਏ ਆ। ਸੋ ਤੁਸੀਂ ਮਾੜਾ ਜਿਹਾ ਮੈਨੂੰ ਦੱਸੋ ਵੀ ਤੁਹਾਡੀ ਸਿੱਖ ਹਿਸਟਰੀ ਦੇ ਨਾਲ ਕਨੈਕਸ਼ਨ ਕਿੱਥੋਂ ਸ਼ੁਰੂ ਹੁੰਦੀ ਆ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪਣਾ ਜਿਹੜਾ ਪਰਿਵਾਰ ਹੈਗਾ ਜੀ, ਨਾਭਾ ਸ਼ਾਹੀ ਪਰਿਵਾਰ, ਤਾਂ ਆਪਣੇ ਪਰਿਵਾਰ 'ਚ ਜਿਹੜੇ ਪਹਿਲੇ ਮਹਾਰਾਜੇ ਸੀਗੇ ਨਾਭੇ ਦੇ ਹੀਰਾ ਸਿੰਘ ਜੀ, ਜਿਨ੍ਹਾਂ ਨੇ ਇੱਕ ਚੌਂਕੜੇ 'ਚ ਲਗਾਤਾਰ 3 ਦਿਨ ਪਾਠ ਕਰਾਇਆ ਸੀਗਾ, ਅਖੰਡ ਪਾਠ ਸਾਹਿਬ। ਉਹਨਾਂ ਦੇ ਬੇਟੇ ਮਹਾਰਾਜਾ ਰਿਪੁਦਮਨ ਸਿੰਘ ਜੀ। ਜੇ ਆਪਾਂ ਹਿਸਟਰੀ 'ਚ ਥੋੜ੍ਹਾ ਡੀਪ ਜਾਵਾਂਗੇ ਫਿਰ ਸਾਨੂੰ ਪਤਾ ਲੱਗੂਗਾ ਜੈਤੋ ਦੇ ਮੋਰਚੇ ਬਾਰੇ, ਜਿਹੜਾ ਮੋਰਚਾ ਉਹਨਾਂ ਦੇ ਪਿੱਛੇ ਲੱਗਿਆ ਸੀ, ਤੇ ਉਹਨਾਂ ਦੇ ਬੇਟੇ ਪ੍ਰਤਾਪ ਸਿੰਘ ਜੀ, ਹੈ ਨਾ, ਤੇ ਜਿਹੜੇ ਆਰਮੀ 'ਚ ਵੀ ਸੀਗੇ। ਤੇ ਉਸ ਟਾਈਮ ਤੋਂ ਬਾਅਦ ਫਿਰ ਗੌਰਮੈਂਟ ਦਾ ਟਾਈਮ ਆ ਗਿਆ। ਉਹਨਾਂ ਦੇ 3 ਬੇਟੇ ਸੀਗੇ, ਮਹਾਰਾਜਾ ਰਿਪੁਦਮਨ ਸਿੰਘ, ਮਹਾਰਾਜਾ ਹਿੰਮਤ ਸਿੰਘ ਜੀ, ਤੇ ਹੇਮੰਤ ਸਿੰਘ ਜੀ, ਤੇ ਹਨੂੰਮੰਤ ਸਿੰਘ ਜੀ। ਜਿਹੜੇ ਹਿੰਮਤ ਸਿੰਘ ਜੀ ਨੇ, ਜਿਨ੍ਹਾਂ ਦੇ ਪਰਿਵਾਰ 'ਚੋਂ ਅਸੀਂ ਹੈਗੇ ਹਾਂ, ਉਹ ਸਭ ਤੋਂ ਛੋਟੇ ਬੇਟੇ ਨੇ। ਤੇ ਹਾਂਜੀ, ਤੇ ਜਿਹੜੇ ਸਭ ਤੋਂ ਵੱਡੇ ਬੇਟੇ ਨੇ ਉਹ ਨੇ ਹਨੂੰਮੰਤ ਸਿੰਘ ਜੀ। ਤੇ ਹੁਣ ਜਿਵੇਂ ਮੇਰੀ ਅਪਬ੍ਰਿੰਗਿੰਗ ਦਿੱਲੀ 'ਚ ਹੋਈ ਆ, ਮੇਰਾ ਸਾਰਾ ਬਚਪਨ ਦਿੱਲੀ 'ਚ ਲੰਘਿਆ। ਤੇ ਫਿਰ 2020 ਦੇ ਵਿੱਚ ਆਪਾਂ ਮਹਿਲ ਸ਼ਿਫਟ ਹੋਏ। ਪਹਿਲਾਂ ਤੋਂ ਆਉਣਾ ਜਾਣਾ ਰਹਿੰਦਾ ਸੀਗਾ, ਕਿਉਂਕਿ ਨਾਭੇ 'ਚ ਆਪਣੀ ਸ਼ਾਹੀ ਸਮਾਧਾਂ ਨੇ ਪੂਰੇ ਪਰਿਵਾਰ ਦੀਆਂ, ਬਟ ਫਿਰ ਆਉਣਾ ਜਾਣਾ ਰਹਿੰਦਾ ਸੀਗਾ। ਫਿਰ ਹੁਣ 2020 ਦੇ ਵਿੱਚ ਆਪਾਂ ਹੁਣ ਡਿਸੀਜਨ ਲਿੱਤਾ ਵੀ ਆਪਾਂ ਹੁਣ ਪਰਮਾਨੈਂਟਲੀ ਹੀਰਾ ਮਹਿਲ ਦੇ ਵਿੱਚ ਸਟੇ ਕਰਾਂਗੇ ਤੇ ਮਹਿਲ ਨੂੰ ਵਾਪਸ ਰਿਨੋਵੇਟ ਕਰਕੇ ਰਹਾਂਗੇ ਉੱਥੇ। ਸੋ ਮੈਂ ਇਹ ਜਾਣਨਾ ਚਾਹੁੰਦਾ ਵੀ ਜਦੋਂ ਤੁਸੀਂ ਛੋਟੇ ਸੀਗੇ ਤੁਹਾਡੇ ਕੇਸ ਕੱਟੇ ਹੋਏ ਸਨ, ਤਾਂ ਹੁਣ ਤੁਸੀਂ ਬਾਅਦ 'ਚ ਰੱਖੇ ਆ ਇੱਥੇ ਨਾਭੇ ਆ ਕੇ? ਹਾਂਜੀ, ਪਹਿਲਾਂ ਜਦ ਮੈਂ ਬਹੁਤ ਛੋਟਾ ਹੁੰਦਾ ਸੀਗਾ, 3 ਤੋਂ 4 ਸਾਲ ਦਾ, ਉਦੋਂ ਮੇਰੇ ਕੇਸ ਕੱਟੇ ਹੁੰਦੇ ਸੀਗੇ। ਜਿਵੇਂ ਪਹਿਲਾਂ ਦੇ ਫੋਟੋਆਂ ਦੇ ਵਿੱਚ ਵੀ ਤੁਸੀਂ ਦੇਖ ਸਕਦੇ ਹੋ ਵੀ ਕੇਸ ਮੇਰੇ ਕੱਟੇ ਹੁੰਦੇ ਸਨ। ਬਟ ਮੈਨੂੰ ਕੇਸ ਕਟਾਉਣੇ ਬਿਲਕੁਲ ਵੀ ਪਸੰਦ ਨਹੀਂ ਸੀਗਾ। ਵੀ ਜਿਹੜਾ ਮੇਰਾ ਪਰਿਵਾਰ ਹੈ ਨਾ, ਪਹਿਲਾਂ ਉਹਨਾਂ ਨੂੰ ਮਤਲਬ ਅਹਿਸਾਸ ਨਹੀਂ ਹੋਇਆ ਸੀਗਾ, ਬਟ ਪਹਿਲਾਂ ਕਟਾਉਂਦੇ ਹੁੰਦੇ ਸੀਗੇ ਕੇਸ, ਪਰ ਮੈਨੂੰ ਬਿਲਕੁਲ ਪਸੰਦ ਨਹੀਂ ਸੀਗਾ। ਫਿਰ ਹੌਲੀ ਹੌਲੀ ਮੈਂ ਜਿੱਦ ਕੀਤੀ, ਦਸਤਾਰਾਂ ਸਜਾਈਆਂ, ਫਿਰ ਕੇਸ ਰੱਖਿਆ। ਉਹ ਤੋਂ ਬਾਅਦ ਜਾ ਕੇ ਆਪਾਂ ਮਹਿਲ ਦੇ ਵਿੱਚ ਸ਼ਿਫਟ ਹੋਏ। ਉਹ ਤੋਂ ਬਾਅਦ ਮਤਲਬ ਇੰਨੀ ਵਧੀਆ ਕਿਰਪਾ ਰਹੀ ਮਹਾਰਾਜ ਦੀ। ਸਿੱਖ ਹਿਸਟਰੀ 'ਚ ਲਿਆਉਣ ਲਈ ਤੁਹਾਡੇ ਫੈਮਿਲੀ ਦੇ ਤੁਹਾਡੇ ਬਹੁਤ ਵੱਡੇ ਇੰਸਪੀਰੇਸ਼ਨ ਕੌਣ ਸੀਗੇ, ਮਹਾਰਾਜਾ ਹੀਰਾ ਸਿੰਘ ਜੀ ਜਾਂ ਮਹਾਰਾਜਾ ਰਿਪੁਦਮਨ ਸਿੰਘ ਜੀ? ਜੇ ਮੈਂ ਇੰਸਪੀਰੇਸ਼ਨ ਦੀ ਗੱਲ ਕਰਾਂ ਜੀ, ਮੈਨੂੰ ਤਾਂ ਲੱਗਦਾ ਮਹਾਰਾਜਾ ਰਿਪੁਦਮਨ ਸਿੰਘ ਜੀ, ਕਿਉਂਕਿ ਉਹਨਾਂ ਤੋਂ ਬਹੁਤ ਚੀਜ਼ਾਂ ਨੇ ਮਤਲਬ
ਉਹਨਾਂ ਤੋਂ ਬਹੁਤ ਚੀਜ਼ਾਂ ਨੇ ਜਿਸ 'ਚੋਂ ਆਪਾਂ ਇੰਸਪਾਇਰ ਹੋ ਸਕਦੇ ਹਾਂ ਉਹਨਾਂ ਤੋਂ। ਉਹਨਾਂ ਦੇ ਬਹੁਤ ਵੱਡੇ ਸਟੈਪਸ ਨੇ ਵੀ ਉਸ ਟਾਈਮ ਜਦ ਅੰਗਰੇਜ਼ਾਂ ਦਾ ਰਾਜ ਚੱਲਦਾ ਸੀਗਾ ਅਤੇ ਉਹੀ ਇਕੱਲੇ ਇੱਕ ਇਹੋ ਜਿਹੇ ਮਹਾਰਾਜੇ ਸੀਗੇ ਉਸ ਟਾਈਮ ਦੇ ਜਿਹੜੇ ਅੰਗਰੇਜ਼ਾਂ ਦੇ ਵਿਰੁੱਧ ਵਿਰੁੱਧ ਹੁੰਦੇ ਸਨ। ਹੀਰਾ ਸਿੰਘ ਜੀ ਇੱਕ ਪ੍ਰੋਪਰ ਡਿਸਟੈਂਸ ਬਣਾ ਕੇ ਰੱਖਦੇ ਸੀਗੇ, ਨੋਟ ਵਿਰੋਧ ਨਹੀਂ ਹੁੰਦੇ ਸੀ ਬਟ ਇੱਕ ਪ੍ਰੋਪਰ ਡਿਸਟੈਂਸ ਬਣਾ ਕੇ ਰੱਖਦੇ ਹੁੰਦੇ ਸੀ। ਬਟ ਰਿਪੂਦਮਨ ਸਿੰਘ ਜੀ ਦਾ ਉਲਟਾ ਸੀਗਾ ਵੀ ਉਹਨਾਂ ਦਾ ਐਂ ਸੀ ਵੀ ਵਿਰੋਧ ਕਰਨਾ ਆਪਾਂ ਅੰਗਰੇਜ਼ਾਂ ਦਾ, ਜੇ ਉਹ ਆਪਣੇ ਦੇਸ਼ ਦੇ ਵਿੱਚ, ਜੇ ਉਹ ਆਪਣੇ ਪੰਜਾਬ ਦੇ ਵਿੱਚ ਆਏਗੇ। ਅਤੇ ਹੁਣ ਜੇ ਆਪਾਂ ਜੈਤੋ ਦੇ ਮੋਰਚੇ ਦੀ ਗੱਲ ਕਰੀਏ ਅਤੇ ਫਿਰ ਉਹਨਾਂ ਨੇ ਬਹੁਤ ਵੱਡੇ ਸਟੈਪਸ ਚੱਕੇ ਸੀਗੇ ਜਿਹੜੇ ਬ੍ਰਿਟਿਸ਼ਰਸ ਨੂੰ ਨਹੀਂ ਚੰਗੇ ਲੱਗੇ। ਅਤੇ ਫਿਰ ਬ੍ਰਿਟਿਸ਼ਰਸ ਨੇ ਕੀ ਕੀਤਾ ਵੀ ਇਸ ਹੀਰਾ ਮਹਿਲ ਤੋਂ, ਜਿਸ ਹੀਰਾ ਮਹਿਲ ਦੇ ਵਿੱਚ ਮੇਰੀ ਦਸਤਾਰਬੰਦੀ ਹੋਈ ਹੈ 2 ਫਰਵਰੀ ਨੂੰ, ਅਤੇ ਉੱਥੋਂ ਹੀ ਉਹਨਾਂ ਨੂੰ ਕੋਡੀ ਕਨਾਲ ਲੈ ਗਏ। ਅੱਛਾ, ਮਤਲਬ ਸਾਊਥ ਇੰਡੀਆ ਲੈ ਕੇ ਸੀਗੇ ਐਕਸਾਈਲ ਵਿੱਚ? ਹਾਂਜੀ। ਉਹ ਕੋਡੀ ਕਨਾਲ ਜੇਲ੍ਹ ਦੇ ਵਿੱਚ ਅਰੈਸਟ ਕਰਕੇ ਲੈ ਗਏ। ਬਟ ਉਹਨਾਂ ਦੇ ਜਿਹੜੇ ਬੇਟੇ ਸੀਗੇ ਪ੍ਰਤਾਪ ਸਿੰਘ ਜੀ, ਜਿਹੜੇ ਨਾਭਾ ਦੇ ਲਾਸਟ ਮਹਾਰਾਜੇ ਸੀਗੇ, ਬਿਕੋਜ਼ ਉਸ ਤੋਂ ਬਾਅਦ ਗਵਰਨਮੈਂਟ ਦਾ ਟਾਈਮ ਆ ਗਿਆ ਅਤੇ ਉਹਨਾਂ ਨੂੰ ਬ੍ਰਿਟਿਸ਼ਰਸ ਨੇ ਉੱਥੇ ਇੰਗਲੈਂਡ ਲੈ ਗਏ, ਹੈ ਨਾ, ਵੀ ਇਸ ਪਰਿਵਾਰ ਨੂੰ ਉਹਨਾਂ ਦਾ ਐਂ ਸੀ ਵੀ ਸਿੱਖੀ ਤੋਂ ਤੋੜ ਦੇਣਾ ਪੂਰੇ ਪਰਿਵਾਰ ਨੂੰ। ਬਟ ਮਹਾਰਾਜ ਦੀ ਕਿਰਪਾ ਹੋਈ, ਵਾਪਸ ਮਹਾਰਾਜ ਪ੍ਰਤਾਪ ਸਿੰਘ ਜੀ ਵਾਪਸ ਨਾਭੇ ਆਏ ਅਤੇ ਉਹਨਾਂ ਨੇ ਰਾਜ ਸਾਂਭਿਆ। ਉਹ ਤੋਂ ਬਾਅਦ ਗੌਰਮੈਂਟ ਦਾ ਟਾਈਮ ਆ ਗਿਆ ਤਾਂ ਵੀ ਮੈਂ ਕਹਿ ਸਕਦਾ ਵੀ ਆਪਣੇ ਪੂਰੇ ਪਰਿਵਾਰ 'ਤੇ ਮਹਾਰਾਜ ਦੀ ਸ਼ੁਰੂ ਤੋਂ ਕਿਰਪਾ ਰਹੀ ਹੈ। ਤਾਂ ਤੁਸੀਂ ਜਿੱਦਾਂ ਦੱਸਿਆ ਵੀ ਤੁਸੀਂ 3-4 ਸਾਲਾਂ ਦੇ ਸੀਗੇ ਜਦੋਂ ਤੁਸੀਂ ਮਨਾ ਕੀਤਾ ਸੀਗਾ ਆਪਣੇ ਕੇਸ ਕੱਟਣ ਤੋਂ, ਤਾਂ ਤੁਹਾਨੂੰ ਪਤਾ ਸੀਗਾ ਵੀ ਸਿੱਖ ਆਪਣੇ ਕੇਸ ਨਹੀਂ ਕੱਟਦੇ। ਸੋ ਇਹ ਤੁਹਾਨੂੰ ਤੁਹਾਡੇ ਫੈਮਿਲੀ ਦੇ ਕਿਸੇ ਮੈਂਬਰ ਤੋਂ, ਮਤਲਬ ਕਿ ਤੁਹਾਡੇ ਗ੍ਰੈਂਡਫਾਦਰ ਜਾਂ ਗ੍ਰੈਂਡਮਦਰ ਤੋਂ ਪਤਾ ਲੱਗਿਆ ਸੀ, ਜਾਂ ਇਹ ਤੁਹਾਡੇ ਆਪ ਇਨਸਟਿੰਕਟ ਸੀਗਾ ਅੰਦਰੋਂ ਜਿੱਥੇ ਤੁਹਾਨੂੰ ਪਤਾ ਲੱਗਿਆ? ਕੁਛ ਗੱਲਾਂ ਹੀ ਮੈਂ ਓਬਜ਼ਰਵ ਵੀ ਕੀਤੀਆਂ, ਜਿਵੇਂ ਪਹਿਲਾਂ ਪਰਿਵਾਰ ਨੇ ਵੀ ਥੋੜ੍ਹਾ ਬਹੁਤ ਦੱਸਿਆ ਸੀਗਾ, ਅਤੇ ਜਿਵੇਂ ਪੁਰਾਣੀਆਂ ਤਸਵੀਰਾਂ ਨੂੰ ਵੇਖ ਕੇ ਥੋੜ੍ਹਾ ਜਦ 5-6 ਸਾਲ ਦਾ ਹੋ ਜਾਂਦਾ ਹੁੰਦਾ, ਫਿਰ ਇੰਨਾ ਕੁ ਸਮਝਦਾਰ ਹੋ ਜਾਂਦਾ ਵੀ ਥੋੜ੍ਹਾ ਰਿਸਰਚ ਕਰ ਲੈਂਦਾ ਹੁੰਦਾ। ਅਤੇ ਪਹਿਲਾਂ ਮੈਂ ਰਿਸਰਚ ਕਰ ਦਿੰਦਾ ਹੁੰਦਾ ਸੀਗਾ, ਅਤੇ ਪੁਰਾਣੀਆਂ ਤਸਵੀਰਾਂ ਜਾਂ ਵੇਖ ਕੇ ਫਿਰ ਮੈਨੂੰ ਆਪੇ ਚਾਹ ਚੜ੍ਹਦਾ ਸੀ ਵੀ ਹੁਣ ਮੈਂ ਦਸਤਾਰ ਸਜਾਉਣੀ ਹੈ। ਵੀ ਮੰਨ ਲਓ ਮੈਂ ਪੂਰੇ ਲੋਕਡਾਊਨ ਦਸਤਾਰਾਂ ਸਜਾਉਂਦੇ, ਪੂਰੇ ਟਾਈਮ ਮੈਂ ਦਸਤਾਰਾਂ ਹੀ ਸਜਾਉਂਦੇ ਰਹਿੰਦਾ ਸੀਗਾ ਵੀ ਕਦੇ ਆਹ ਪੱਗ ਬੰਨ੍ਹ ਲਈ, ਕਦੇ ਉਵੇਂ ਸਜਾ ਲਈ, ਕਦੇ ਕੁਝ ਕਰ ਲਿਆ। ਬਟ ਮਹਾਰਾਜ ਦੀ ਕਿਰਪਾ ਵਧੀਆ ਰਹੀ। ਹੁਣ ਮੇਰੇ ਵਧੀਆ ਮੈਂ ਹੁਣ ਕੇਸਧਾਰੀ ਸਿੰਘ ਹਾਂ, ਅਤੇ ਜੇ ਕਿਰਪਾ ਹੋਊਗੀ ਤਾਂ ਫਿਰ ਮੈਂ ਅੰਮ੍ਰਿਤਧਾਰੀ ਸਿੰਘ ਵੀ ਬਣਨਾ ਚਾਹੂੰਗਾ। ਨਾਲੇ ਇਹ ਬਹੁਤ ਵੱਡੀ ਗੱਲ ਆ, ਤੁਸੀਂ ਜਿੱਦਾਂ ਤੁਹਾਡੇ ਜਿਹੜੇ ਫਾਦਰ ਅਤੇ ਗ੍ਰੈਂਡਫਾਦਰ ਸਾਹਿਬ ਉਹਨਾਂ ਨੇ ਆਪਣੇ ਕੇਸ ਕੱਟੇ ਹੋਏ ਸਨ? ਹਾਂਜੀ, ਵੀ ਨਾਭਾ ਫੈਮਿਲੀ 'ਚ 2 ਜਨਰੇਸ਼ਨ ਦਾ ਗੈਪ ਪੈ ਗਿਆ ਸੀਗਾ। ਅੱਛਾ ਜੀ, ਜਿੱਥੇ ਉਹਨਾਂ ਨੇ ਨਹੀਂ ਸੀ ਬਾਲ ਰੱਖੇ। ਹਾਂਜੀ। ਅੱਛਾ, ਤਾਂ ਹੁਣ ਜੇ ਆਪਾਂ ਸਿੱਖ ਹਿਸਟਰੀ ਤੋਂ ਮੂਵ ਔਨ ਹੋਈਏ, ਅਤੇ ਜਿਹੜੇ ਤੁਹਾਡੇ ਤੁਸੀਂ ਜਿੱਦਾਂ ਕਹਿੰਦੇ ਤੁਹਾਡੀ ਅਪਬ੍ਰਿੰਗਿੰਗ ਤਾਂ ਸਾਰੀ ਦਿੱਲੀ ਵਿੱਚ ਹੋਈ ਸੀਗੀ, ਤੁਹਾਡੇ ਫਰੈਂਡ ਸਰਕਲ, ਤੁਹਾਡੀ ਐਜੂਕੇਸ਼ਨ ਸਾਰਾ ਉੱਥੇ ਹੋਇਆ ਹੋਣਾ, ਤੁਹਾਡੇ ਅਰਲੀ ਈਅਰਸ ਜਿਹੜੇ ਸੀਗੇ। ਸੋ ਪੰਜਾਬ ਨਾਲ ਤੁਹਾਡੀ ਖਿੱਚ ਪਹਿਲਾਂ ਤੋਂ ਹੀ ਸੀਗੀ ਜਾਂ ਜਦੋਂ ਤੁਸੀਂ ਰਿਸਰਚ ਕਰਨ ਲੱਗੇ ਤਦ ਵੀ ਨਾਭੇ ਮੁੜ ਕੇ ਆਉਣਾ? ਵੀ ਮੈਂ ਤੁਹਾਨੂੰ ਕੀ ਕਹਿ ਸਕਦਾ, ਰਿਸਰਚ ਵੀ ਕਹਿ ਸਕਦੇ ਹਾਂ ਅਤੇ ਨਾਲ ਆਪਾਂ ਖਿੱਚ ਵੀ ਕਹਿ ਸਕਦੇ ਹਾਂ। ਵੀ ਪਹਿਲਾਂ ਤੋਂ ਐਂ ਸੀਗਾ ਵੀ ਨਾਭੇ ਆਉਣਾ, ਮਹਿਲ 'ਚ ਜਾਣਾ। ਮਹਿਲ ਵੀ ਪਹਿਲਾਂ ਤੋਂ ਜਿੰਨਾ ਪਤਾ ਹੁੰਦਾ ਸੀਗਾ ਤਾਂ ਇੰਨਾ ਕੁ ਬੱਚੇ ਨੂੰ ਵੀ ਹੀਰਾ ਮਹਿਲ ਦੇ ਨਾਭਾ ਕਿਲ੍ਹਾ, ਹੀਰਾ ਮਹਿਲ ਵੀ ਇੱਥੇ ਆਪਣੀ ਸਟੇ ਹੁੰਦੀ ਸੀਗੀ ਪਹਿਲਾਂ, ਇੱਥੇ ਵੀ ਉਵੇਂ ਚੱਲਦਾ ਵੀ ਥੋੜ੍ਹਾ ਪਤਾ ਵੀ ਸੀਗਾ ਮੈਨੂੰ, ਖਿੱਚ ਵੀ ਸੀਗੀ ਪੰਜਾਬ ਵੱਲ। ਅਤੇ ਉਸ ਟਾਈਮ ਤਾਂ ਐਂ ਹੁੰਦਾ ਸੀਗਾ ਵੀ ਕੋਈ ਵੀ ਪੁੱਛੇ ਵੀ ਬੱਚੇ ਤੂੰ ਕਿੱਥੇ ਆ, ਜਾਂ ਫਿਰ ਕਿੱਥੋਂ ਆਉਣਾ, ਜਾਂ ਫਿਰ ਤੇਰਾ ਘਰ ਕਿੱਥੇ ਆ, ਮੇਰਾ ਇੱਕੋ ਆਨਸਰ ਹੁੰਦਾ ਸੀਗਾ ਵੀ ਨਾਭਾ ਹੈ। ਅਤੇ ਵੀ ਮੰਨ ਲਓ ਤੁਸੀਂ ਆਪਾਂ ਖਿੱਚ ਵੀ ਕਹਿ ਸਕਦੇ ਹਾਂ ਅਤੇ ਰਿਸਰਚ ਵੀ ਕਹਿ ਸਕਦੇ। ਠੀਕ ਹੈ ਜੀ। ਸੋ ਹੁਣ ਤੁਸੀਂ ਨਾਭਾ ਮੁੜ ਕੇ ਆਇਆ ਤਾਂ ਤੁਹਾਨੂੰ ਇੱਥੇ ਅਤੇ ਦਿੱਲੀ ਵਿੱਚ ਕਿੱਦਾਂ ਫਰਕ ਲੱਗਦਾ ਤੁਹਾਡੇ ਲਾਈਫ ਸਟਾਈਲ ਦਾ? ਇੱਥੇ ਤੁਸੀਂ ਈਜ਼ਲੀ ਅਡੈਪਟ ਹੋ ਗਏ, ਨੈਚੁਰਲ ਲੱਗਿਆ ਸਾਰਾ ਕੁਛ? ਹਾਂਜੀ। ਜਦ ਦੇਖੋ ਦਿੱਲੀ ਦੇ ਵਿੱਚ ਮੈਂ ਸਮਝਦਾ ਵੀ ਸਾਰਾ ਫਰੈਂਡ ਸਰਕਲ ਸਾਰਾ ਕੁਝ ਉੱਥੇ ਸੀਗਾ। ਬਟ ਜੇ ਆਪਾਂ ਅਸੀਂ ਵੀ ਉੱਥੇ ਚਲੋ ਲਾਈਫ ਸਟਾਈਲ ਵੀ ਚਲੋ ਹੋਰ ਅਲੱਗ ਸੀ ਉੱਥੇ, ਬਟ ਮਹਿਲ ਦੇ ਵਿੱਚ ਆ ਕੇ ਵੀ ਸਾਨੂੰ ਐਵੇਂ ਕੋਈ ਪਰਾਇਆ ਘਰ ਵਰਗਾ ਕੋਈ ਅੰਦਰੋਂ ਫੀਲ ਨਹੀਂ ਹੋਇਆ ਵੀ ਆਪਣਾ ਘਰ ਹੀ ਲੱਗਿਆ। ਪੰਜਾਬ ਦੇ ਲੋਕਾਂ ਦਾ ਇੰਨਾ ਪਿਆਰ ਮਿਲਿਆ ਅਤੇ ਫਿਰ ਉਹਦੇ ਕਾਰਨ ਵੀ ਮੰਨ ਲਓ ਅੰਦਰੋਂ ਵੀ ਬਹੁਤ ਖਿੱਚ ਹੈ ਇਸ ਮਹਿਲ ਦੇ ਵਿੱਚ ਵੀ ਆਪਾਂ ਇੱਥੇ ਹੀ ਵਧੀਆ, ਸਭ ਤੋਂ ਪਹਿਲਾਂ ਬਹੁਤ ਸੌਖੇ ਤਰੀਕੇ ਨਾਲ ਆਪਾਂ ਸੈਟਲ ਹੋ ਗਏ ਅਤੇ ਮਹਾਰਾਜ ਦੀ ਕਿਰਪਾ ਰਹੀ। ਸੋ ਤੁਹਾਡੇ ਸਭ ਤੋਂ ਵੱਡਾ ਇਵੈਂਟ ਜਿੱਥੋਂ ਸਾਨੂੰ ਪਤਾ ਲੱਗਿਆ ਸੀ ਵੀ ਨਾਭਾ ਫੈਮਿਲੀ ਮੁੜ ਕੇ ਆਈ ਆ ਅਤੇ ਆਪਣੀ ਹੈਰੀਟੇਜ ਨਾਲ ਵਾਪਸ ਕਨੈਕਟ ਹੋਈ ਆ, ਉਹ ਤੁਹਾਡੀ ਦਸਤਾਰਬੰਦੀ ਸੀਗੀ। ਸੋ ਤੁਸੀਂ ਮਾੜਾ ਜਿਹਾ ਸਾਨੂੰ ਹਿਸਟਰੀ ਦੱਸ ਸਕਦੇ ਵੀ ਦਸਤਾਰਬੰਦੀ ਕੀ ਮੀਨਿੰਗ ਆ ਸਿੱਖ ਫੈਮਲੀਜ਼ ਦੇ ਲਈ, ਔਰ ਤੁਹਾਨੂੰ ਕਿੱਥੋਂ ਆਈਡੀਆ ਮਿਲਿਆ ਵੀ ਮੈਂ ਵੀ ਦਸਤਾਰਬੰਦੀ ਕਰਨਾ ਚਾਹੁੰਦਾ ਮੇਰੀ? ਹਾਂਜੀ, ਤਾਂ ਦਸਤਾਰਬੰਦੀ ਦਾ ਮੇਨ ਮੀਨਿੰਗ ਕੀ ਆ? ਹੁਣ
ਕੁਛ ਲੋਕ ਤਾਜਪੋਸ਼ੀ ਜਾਂ ਕੁਛ ਲੋਕ ਕੁਝ ਸਮਝਦੇ ਹੁੰਦੇ ਨੇ ਵੀ ਰਾਜਗੱਦੀ ਮਿਲਦੀ ਜਾਂ ਐਵੇਂ ਕੁਛ। ਦਸਤਾਰਬੰਦੀ ਦਾ ਮੀਨਿੰਗ ਅਸਲ 'ਚ ਹੈ ਕਿ ਵੀ ਜਦ ਪੁਰਾਣੇ ਸਮੇਂ ਦੇ ਵਿੱਚ ਨਾ ਬਹੁਤ ਆਮ ਰੀਤੀ ਰਿਵਾਜ ਹੁੰਦਾ ਸੀਗਾ, ਹੈ ਨਾ। 84 ਦੇ ਦੌਰ ਤੋਂ ਬਾਅਦ ਥੋੜ੍ਹਾ ਮਤਲਬ ਕਾਫੀ ਰੈਰ ਹੋ ਗਿਆ, ਕਿਉਂਕਿ ਹੁਣ ਜਿਵੇਂ ਜਾਣਦੇ ਹੋ ਕਾਫੀ ਸਿੱਖ ਪਰਿਵਾਰਾਂ ਨੇ ਆਪਣੇ ਬੱਚਿਆਂ ਦੇ ਕੇਸ ਕੱਟਤੇ ਸੀ। ਅਤੇ ਹੁਣ ਜਿਵੇਂ ਆਪਾਂ ਕਹਿ ਸਕਦੇ ਹਾਂ ਵੀ ਦਸਤਾਰਬੰਦੀ ਦਾ ਮੀਨਿੰਗ ਇਹ ਆ ਵੀ ਜਦ ਕੋਈ 10 ਤੋਂ 13 ਸਾਲ ਦਾ ਬੱਚਾ ਮੁੰਡਾ ਜਦ ਆਪਣੇ ਕੇਸ ਰੱਖ ਰਿਹਾ ਹੁੰਦਾ ਜਾਂ ਕੇਸਧਾਰੀ ਸਿੰਘ ਹੁੰਦਾ, ਉਸ ਟਾਈਮ ਹੈ ਨਾ ਵੀ ਸਾਰੇ ਪਰਿਵਾਰ ਨੂੰ, ਰਿਸ਼ਤੇਦਾਰਾਂ ਨੂੰ ਬੁਲਾ ਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅੱਗੇ ਹੈ ਨਾ ਦਸਤਾਰਬੰਦੀ ਕੀਤੀ ਜਾਂਦੀ ਹੈ ਅਤੇ ਅਰਦਾਸ ਕੀਤੀ ਜਾਂਦੀ ਹੈ ਵੀ ਵੀ ਆਪਣੇ ਪੂਰੇ ਜ਼ਿੰਦਗੀ ਵੀ ਤੁਹਾਡੇ ਕਹਿਣ 'ਤੇ ਚੱਲੇ ਅਤੇ ਇੱਕ ਸਿੱਖ ਸੱਜ ਕੇ ਚੱਲੇ। ਇਹਦੀ ਮਤਲਬ ਮੇਨ ਮੀਨਿੰਗ ਇਹ ਹੁੰਦੀ ਹੈ, ਜਿਹੜੀ ਡੈਫੀਨੇਸ਼ਨ। ਹਾਂਜੀ ਸਰ, ਇਹ ਤੁਹਾਡਾ ਆਪ ਦਾ ਆਈਡੀਆ ਸੀਗਾ ਵੀ ਮੈਂ ਕਰਨਾ ਚਾਹੁੰਦਾ, ਕਿਉਂਕਿ ਮੈਨੂੰ ਲੱਗਦਾ 124 ਸਾਲਾਂ ਬਾਅਦ ਸੀ ਕਿ ਹੀਰਾ ਮਹਿਲ ਵਿੱਚ ਵਾਪਸ ਦਸਤਾਰਬੰਦੀ ਹੋਈ ਸੀ। ਨਹੀਂ ਜੀ, 124 ਸਾਲ ਹੁਣ ਆ ਵੀ ਕਾਫੀ ਲੋਕਾਂ ਨੂੰ ਕਨਫਿਊਜ਼ਨ ਹੈ। 124 ਸਾਲ ਬਾਅਦ ਦਸਤਾਰਬੰਦੀ ਹੋਈ ਹੈ, ਬਟ 124 ਸਾਲ ਪਹਿਲਾਂ ਤੁਹਾਨੂੰ ਦੱਸਦਾ ਮੈਂ, ਜਿਹੜਾ ਨਾਭੇ ਦਾ ਜਿਹੜਾ ਆਪਣਾ ਕਿਲ੍ਹਾ ਹੈ, ਨਾਭਾ ਕਿਲ੍ਹਾ ਹੈ ਨਾ, ਉੱਥੇ ਹੀਰਾ ਸਿੰਘ ਜੀ ਨੇ 124 ਸਾਲ ਪਹਿਲਾਂ ਪਾਠ ਕਰਾਇਆ ਸੀਗਾ, 3 ਦਿਨ ਲਗਾਤਾਰ ਅਖੰਡ ਪਾਠ ਸਾਹਿਬ, ਹੈ ਨਾ। ਜਿਹੜਾ ਇੱਕ ਚੌਂਕੜੇ 'ਚ ਤੁਸੀਂ ਕਿਹਾ ਸੀ ਕੀਤਾ ਗਿਆ ਸੀਗਾ। ਹਾਂ, ਇੱਕ ਚੌਂਕੜੇ 'ਚ, ਹੈ ਨਾ। ਅਤੇ ਹੀਰਾ ਸਿੰਘ ਜੀ ਨੇ ਸੁਣਿਆ ਵੀ ਸੀਗਾ, ਅਤੇ ਉਹੀ ਇਤਿਹਾਸ ਵਾਪਸ ਆਇਆ 124 ਸਾਲ ਬਾਅਦ ਦਸਤਾਰਬੰਦੀ ਹੋਈ ਹੈ। ਅਤੇ ਦਸਤਾਰਬੰਦੀ ਵਾਲੇ ਦਿਨ ਜਿਹੜੇ ਬਾਬਾ ਰਾਜਾ ਸਿੰਘ ਜੀ ਨੇ ਕਾਲਜ ਰਾਣੀ ਵਾਲੇ, ਅਤੇ ਉਹਨਾਂ ਨੇ 2 ਦਿਨ ਲਗਾਤਾਰ ਅਖੰਡ ਪਾਠ ਸਾਹਿਬ ਕੀਤਾ, ਤਾਂ ਇਹਦਾ ਮੇਨ ਹਿਸਟਰੀ ਇਹ ਹੈ ਨਾ। ਠੀਕ ਹੈ ਜੀ ਸਰ, ਹੁਣ ਆਪਾਂ ਸਿੱਖ ਹਿਸਟਰੀ ਐਂਡ ਹੈਰੀਟੇਜ ਤੁਹਾਡਾ ਦੇਖ ਲਿਆ। ਹੁਣ ਥੋੜ੍ਹੇ ਜਿਹੇ ਪਰਸਨਲ ਕੁਐਸਚਨਸ ਪੁੱਛੀਏ ਤਾਂ ਤੁਹਾਡੀ ਐਜੂਕੇਸ਼ਨ ਐਂਡ ਸਪੋਰਟਸ ਵੱਲ ਤੁਹਾਡੇ ਕੀ ਇੰਟਰਸਟ ਨੇ? ਅਕਸਰ ਸਾਨੂੰ ਮਿਲਦਾ ਵੀ ਮਹਾਰਾਜੇ ਜਿਹੜੇ ਹੁੰਦੇ ਉਹਨਾਂ ਦਾ ਪੋਲੋ, ਹੋਰਸ ਰਾਈਡਿੰਗ ਵੱਲ ਬਹੁਤ ਸ਼ੌਂਕ ਹੁੰਦੇ ਆ, ਸੋ ਉਹ ਤੁਹਾਡੇ 'ਚ ਵੀ ਹੈਗਾ ਇੱਦਾਂ ਦੇ ਸਪੋਰਟਸ ਵਿੱਚ? ਹਾਂਜੀ, ਦੈਟਸ ਟਰੂ। ਹਾਂਜੀ, ਅਤੇ ਜਿਵੇਂ ਮੈਂ ਤੁਹਾਨੂੰ ਕਹਿ ਸਕਦਾ ਮੇਰੀ ਜਿਹੜੀ ਸਕੂਲਿੰਗ ਆ ਉਹ PPS ਨਾਭਾ 'ਚ ਹੋ ਰਹੀ ਹੈ, ਪੰਜਾਬ ਪਬਲਿਕ ਸਕੂਲ ਨਾਭਾ 'ਚ, ਅਤੇ ਹੁਣ ਮੈਂ ਰੀਸੈਂਟਲੀ 9th ਕਲਾਸ 'ਚ ਆਇਆ। ਸੋ ਤੁਸੀਂ ਕਿੰਨੇ ਸਾਲਾਂ ਦੇ? 15 ਸਾਲਾਂ ਦੇ? ਮੈਂ 13 ਸਾਲਾਂ ਦਾ ਜੀ। ਅਤੇ ਨਾਭੇ ਹੁਣ ਜਿਵੇਂ ਜੇ ਮੈਂ ਆਪਣੇ ਸਪੋਰਟਸ ਬਾਰੇ ਦੱਸਾਂ, ਹੋਬੀਜ਼ ਬਾਰੇ ਦੱਸਾਂ, ਹੁਣ ਜਿਹੜੇ ਵੀ ਲੋਕ ਮੈਨੂੰ ਜਾਣਦੇ ਨੇ ਸਾਰਿਆਂ ਨੂੰ ਪਤਾ ਵੀ ਮੇਰੀ ਹੋਰਸ ਰਾਈਡਿੰਗ ਮਤਲਬ ਮੈਨੂੰ ਬਹੁਤ ਪਸੰਦ ਹੈ, ਘੋੜ ਸਵਾਰੀ। ਵੀ ਸਕੂਲ ਦੇ ਵਿੱਚ ਵੀ ਹੁਣ ਰੀਸੈਂਟਲੀ ਦਿੱਲੀ ਹਾਰਸ ਸ਼ੋ ਹੋਇਆ ਸੀਗਾ, ਉਸ ਦੇ ਵਿੱਚ ਵੀ ਜੀ ਮਹਾਰਾਜ ਦੀ ਕਿਰਪਾ ਨਾਲ 4 ਮੇਰੇ ਮੈਡਲਸ ਆ ਗਏ ਸੀਗੇ, ਅਤੇ ਕਿਰਪਾ ਨਾਲ ਹੁਣ ਘੋੜੇ ਵੀ ਹੈਗੇ ਨੇ ਮਹਿਲ ਦੇ ਵਿੱਚ। ਆਪਣੇ ਕੋਲ ਟੋਟਲ 4 ਘੋੜੇ ਨੇ, ਇੱਕ ਸਕੂਲ 'ਚ ਆ ਅਤੇ 3 ਮਹਿਲ 'ਚ। ਹੁਣ ਕਿਰਪਾ ਹੋਊਗੀ ਤਾਂ ਫਿਰ ਹੋਰ ਘੋੜੇ ਵੀ ਲੈ ਕੇ ਆਵਾਂਗੇ, ਹੋਰ ਸ਼ਾਨ ਵਧਾਵਾਂਗੇ ਘੋੜਿਆਂ ਦੀ। ਹਾਂਜੀ, ਦਿੱਲੀ ਵਿੱਚ ਤਾਂ ਤੁਹਾਡਾ ਨਹੀਂ ਹੋਣਾ ਇਹ ਸ਼ੌਂਕ, ਪੰਜਾਬ 'ਚ ਆ ਕੇ ਤੁਸੀਂ ਮੁੜ ਕੇ ਇੰਟਰਸਟ ਇਹ 'ਚ ਲਿਆ? ਨਹੀਂ, ਦਿੱਲੀ ਦੇ ਵਿੱਚ ਵੀ ਕੁਛ ਫਾਰਮ ਸੀਗੇ ਜਿਹੜੇ ਆਪਣੇ ਕਲੋਜ਼ ਰਿਲੇਟਿਵਸ ਦੇ ਹਾਂਜੀ ਹੁੰਦੇ ਸੀਗੇ, ਅਤੇ ਉੱਥੇ ਵੀ ਥੋੜ੍ਹਾ ਸੀਗਾ, ਬਟ ਜਿੰਨਾ ਚਾਅ ਇੱਥੇ ਆ ਕੇ ਚੜਿਆ ਘੋੜਿਆਂ ਦਾ ਓਨਾ ਦਿੱਲੀ 'ਚ ਨਹੀਂ ਚੜਿਆ। ਵੀ ਮੰਨ ਲਓ ਵੀ ਇੱਥੇ ਆ ਕੇ ਮੇਨ। ਹਾਂਜੀ, ਤਾਂ ਪੜ੍ਹਾਈ ਵਿੱਚ ਤੁਹਾਨੂੰ ਕਿਹੜਾ ਸਬਜੈਕਟ ਅੱਛਾ ਲੱਗਦਾ ਜਾਂ ਜਿਹੜਾ ਤੁਸੀਂ ਫਿਊਚਰ 'ਚ ਲੈ ਕੇ ਜਾਣਾ ਚਾਹੁੰਦੇ? ਸਬਜੈਕਟ ਦਾ ਜੀ ਹੁਣ ਮੈਂ ਕੀ ਕਹਾਂ, ਬਸ ਜੇ ਮੈਂ ਤੁਹਾਨੂੰ ਲੈਂਗੁਏਜ ਬਾਰੇ ਦੱਸਾਂ ਫਿਰ ਲੈਂਗੁਏਜ ਤਾਂ ਪੰਜਾਬੀ ਪਸੰਦ ਆ, ਕਿਉਂਕਿ ਪੰਜਾਬੀ ਇੱਕ ਤਾਂ ਆਪਣੀ ਮਾਂ ਬੋਲੀ ਹੈ, ਅਤੇ ਕਿਰਪਾ ਨਾਲ ਜਿਵੇਂ ਜਦ ਮੈਂ ਦਿੱਲੀ ਤੋਂ ਆਇਆ ਸੀਗਾ ਹੈ ਨਾ, ਹੁਣ ਪਹਿਲਾਂ ਤਾਂ ਜਿਵੇਂ ਮੇਰੀ ਹਿੰਦੀ ਅਤੇ ਇੰਗਲਿਸ਼ ਚੱਲਦੀ ਹੁੰਦੀ ਸੀ ਮੇਨ, ਉਵੇਂ ਹੀ ਫਿਰ ਇੱਥੇ ਆ ਕੇ ਕਿਰਪਾ ਹੋ ਗਈ ਅਤੇ ਫਿਰ ਹੁਣ ਪੰਜਾਬੀ ਫਲੂਐਂਟ ਆਉਣ ਲੱਗ ਗਈ, ਲਿਖ ਵੀ ਸਕਦਾ ਵੀ ਹੁਣ ਵਧੀਆ ਪੰਜਾਬੀ ਆਉਣ ਲੱਗ ਗਈ। ਜਿੱਦਾਂ ਆਪਾਂ ਪਰਿਵਾਰ ਵਿੱਚ ਇੰਸਪੀਰੇਸ਼ਨਸ ਦੀ ਗੱਲ ਕੀਤੀ, ਪਰ ਹੋਰ ਵੀ ਆਪਣੇ ਪੰਜਾਬੀ ਕਲਚਰ, ਸਿੱਖ ਕਲਚਰ ਵਿੱਚ ਭਾਵੇਂ ਰਿਲੀਜੀਅਸ ਲੋਕੀ ਹੋਣ, ਭਾਵੇਂ ਪੋਲੀਟੀਸ਼ੀਅਨ ਜਾਂ ਸਿੰਗਰਸ, ਇਹਨਾਂ ਦੇ ਵਿੱਚੋਂ ਤੁਹਾਡੇ ਸਾਰਿਆਂ ਤੋਂ ਵੱਡਾ ਤੁਹਾਡਾ ਇੰਸਪੀਰੇਸ਼ਨ ਕੌਣ ਆ ਇਸ ਵੇਲੇ, ਜਿਹਨਾਂ ਤੋਂ ਤੁਸੀਂ ਇੰਸਪਾਇਰ ਹੁੰਦੇ ਆ? ਬਾਕੀਆਂ 'ਚ ਤਾਂ ਮੈਂ ਐਵੇਂ ਕੋਈ ਇੰਸਪੀਰੇਸ਼ਨ ਰੱਖਿਆ ਨਹੀਂ, ਵੀ ਮੇਰਾ ਬਸ ਇਹ ਗੋਲ ਹੈ ਵੀ ਜਿਵੇਂ ਮੇਰਾ ਕੋਈ ਵੀ ਗੋਲ ਹੈ ਜਾਂ ਕੋਈ ਵੀ ਮੇਰਾ ਕੰਮ ਹੈ, ਬਸ ਮੈਂ ਉਹਦੇ ਵੀ ਬੈਟਰ ਦੈਨ ਯੈਸਟਰਡੇ, ਮੈਂ ਤਾਂ ਮੰਨਦਾ ਹੁੰਦਾ ਕਿ ਜੇ ਮੈਂ ਕੱਲ੍ਹ ਇੰਨਾ ਕਰ ਰਿਹਾ ਤਾਂ ਅੱਜ ਉਹ ਤੋਂ ਵੀ ਚੰਗਾ ਕਰਨਾ, ਜੋ ਵੀ ਗੋਲ ਹੋਵੇ ਬੰਦੇ ਦਾ। ਮੈਂ ਤਾਂ ਮੇਨ ਵੀ ਐਂ ਹੀ ਮੰਨਦਾ ਹੁੰਦਾ। ਅਤੇ ਜੇ ਆਪਾਂ ਇੰਸਪੀਰੇਸ਼ਨ ਦੀ ਗੱਲ ਕਰੀਏ, ਮੈਂ ਸਿਰਫ ਇੱਕ ਇਨਸਾਨ ਨੂੰ, ਇੱਕ ਮਹਾਰਾਜਾ ਨੂੰ ਇੰਸਪੀਰੇਸ਼ਨ ਮੰਨਦਾ, ਉਹ ਮਹਾਰਾਜਾ ਰਘੁਦਾਮ ਸਿੰਘ ਜੀ, ਜਿਹੜੇ ਆਪਣੇ ਪਰਿਵਾਰ 'ਚ ਹੁੰਦੇ। ਇਹੀ ਕੁਐਸਚਨ ਦੇ ਨਾਲ ਮੈਂ ਤੁਹਾਨੂੰ ਰਿਲੇਟਡ ਪੁੱਛਣਾ ਸੀ ਵੀ ਹੁਣ ਜਿੱਦਾਂ ਆਪਾਂ ਨੂੰ ਪਤਾ ਹੀ ਆ ਇੰਡੀਆ ਤਾਂ ਡੈਮੋਕ੍ਰੇਸੀ ਆ, ਤਾਂ ਜਿੱਦਾਂ ਮਹਾਰਾਜਾ ਜਿਹੜੇ ਉਹਨਾਂ ਦੀ ਉੱਦਾਂ ਵੈਸੇ ਕੋਈ ਪਾਵਰ ਨਹੀਂ ਰਹੀ, ਪਰ ਹੈਰੀਟੇਜ ਦੇ ਨਾਲ ਜੁੜਿਆ ਆ। ਸੋ ਫਿਊਚਰ ਵਿੱਚ ਹੁਣ ਤੁਹਾਡੀ ਸੋਚ ਤਾਂ ਬਹੁਤ ਆ ਵੀ ਹਿਸਟਰੀ ਬਾਰੇ ਤੁਹਾਨੂੰ ਬਹੁਤ ਪਤਾ, ਹੈਰੀਟੇਜ ਬਾਰੇ,
ਫਿਊਚਰ 'ਚ ਤੁਸੀਂ ਕਿੱਦਾਂ ਦੇਣਾ ਚਾਹੁੰਦੇ ਮੁੜ ਕੇ ਪੰਜਾਬ ਨੂੰ, ਜੇ ਤੁਸੀਂ ਇੱਕ ਚੀਜ਼ ਦੇ ਸਕਦੇ ਆ ਨਾਭੇ ਜਾਂ ਪੰਜਾਬ ਨੂੰ? ਮੇਨ ਤਾਂ ਇਹ ਹੈ ਜੀ ਵੀ ਹੁਣ ਜਿਵੇਂ ਵੱਡੇ ਹੋ ਕੇ ਮੇਰਾ ਇਹ ਹੈ ਵੀ ਆਪਾਂ ਨਾਭਾ ਜਿਹੜਾ ਸ਼ਹਿਰ ਹੈ ਉਹਨੂੰ ਆਪਾਂ ਵਧਾਈਏ, ਅੱਗੇ ਵਧਾਈਏ। ਵੀ ਅੱਜ ਜਿਵੇਂ ਕਾਫੀ ਦਿੱਕਤਾਂ ਚਲੋ ਹਰ ਸ਼ਹਿਰ 'ਚ ਹੁੰਦੀ ਹੈ, ਬਟ ਨਾਭੇ 'ਚ ਵੀ ਬਹੁਤ ਪ੍ਰੋਬਲਮਸ ਨੇ, ਬਹੁਤ ਸਫਾਈਆਂ ਦਾ ਮਤਲਬ ਬਹੁਤ ਵੱਡੇ ਚੱਕਰ ਵਗੈਰਾ ਹੈਗੇ ਨੇ। ਬਟ ਮੈਂ ਚਾਹੁੰਦਾ ਵੀ ਆਪਣਾ ਨਾਭਾ ਮੈਪ 'ਤੇ ਆਵੇ, ਵੀ ਜਿਹੜਾ ਆਪਣਾ ਨਾਭਾ ਆ ਉਹ ਅੱਗੇ ਜਾਵੇ, ਹੈ ਨਾ, ਵੀ ਇੱਕ ਵੱਡਾ ਸ਼ਹਿਰ ਬਣੇ, ਇੱਕ ਤਰੱਕੀ ਵਾਲਾ ਸ਼ਹਿਰ ਬਣੇ। ਤੇ ਮੈਂ ਤੁਹਾਨੂੰ ਇੱਕ ਸਵਾਲ ਤੁਹਾਡੇ ਜਾਣ ਤੋਂ ਪਹਿਲਾਂ ਪੁੱਛਣਾ ਚਾਹੁੰਦਾ ਸੀਗਾ ਵੀ ਜੇ ਤੁਸੀਂ ਵੀ ਪੰਜਾਬ ਦੇ ਯੂਥ ਆ ਤਾਂ ਤੁਹਾਡਾ ਪੰਜਾਬ ਦੇ ਯੂਥ ਲਈ ਇਸ ਵੇਲੇ ਕੀ ਮੈਸੇਜ ਆ ਜੇ ਤੁਸੀਂ ਦੇਣਾ ਚਾਹੁੰਦੇ ਹੋ ਉਹਨਾਂ ਨੂੰ? ਦੇਖੋ ਜੀ, ਜਿਵੇਂ ਮੈਂ ਹਰ ਇੰਟਰਵਿਊ ਦੇ ਵਿੱਚ ਦਿੱਤਾ ਹੋਇਆ ਮੈਸੇਜ ਵੀ ਨੌਜਵਾਨਾਂ ਨੂੰ ਮੈਂ ਦੇਣਾ ਚਾਹੁੰਦਾ ਵੀ ਨਸ਼ਿਆਂ ਤੋਂ ਦੂਰ ਰਹੋ, ਹੈ ਨਾ। ਵੀ ਇੱਕ ਤਾਂ ਬੰਦਾ ਨਸ਼ੇ ਤੋਂ ਦੂਰ ਰਹੇ ਅਤੇ ਸਿੱਖੀ ਨਾਲ ਜੁੜੇ ਬੰਦਾ। ਜੇ ਸਿੱਖ ਪਰਿਵਾਰ ਦੇ ਵਿੱਚ ਜੇ ਇੱਕ ਮੁੰਡਾ ਜੰਮਿਆ ਤਾਂ ਸਿੱਖੀ ਨਾਲ ਜੁੜੇ, ਕੇਸ ਰੱਖੇ, ਦਾੜਾ ਮੂੰਹ 'ਤੇ ਪ੍ਰਕਾਸ਼ ਹੋਣ। ਵੀ ਮੇਰਾ ਤਾਂ ਇਹ ਹੈ ਵੀ ਆਹੀ ਹੈ ਵੀ ਇੱਕ ਤਾਂ ਨਸ਼ੇ ਤੋਂ ਦੂਰ ਹੋਣ, ਵੀ ਅੱਜ ਕੱਲ੍ਹ ਯੂਥ ਨਸ਼ੇ ਦੇ ਟਰੈਪ 'ਚ ਬਹੁਤ ਮਾੜਾ ਫਸਿਆ ਹੋਇਆ। ਅਤੇ ਜਿਹੜੇ ਬੀਬੀਆਂ, ਜਿਹੜੀਆਂ ਭੈਣਾਂ, ਜਿਹੜੇ ਲੋਕ ਸਿੱਖ ਘਰ ਜੰਮੇ ਨੇ, ਉਹ ਸਿੱਖੀ ਨਾਲ ਜੁੜਨ, ਕੇਸ ਰੱਖਣ ਅਤੇ ਦਾੜਾ ਪ੍ਰਕਾਸ਼ ਹੋਵੇ ਮੂੰਹ 'ਤੇ। ਅਤੇ ਬਸ ਆਹ ਮੇਨ ਹੈਗਾ ਜਿਹੜਾ ਆਪਾਂ ਕਹਿ ਸਕਦੇ ਹਾਂ। ਹਾਂਜੀ, ਤੁਹਾਡੇ ਫਿਰ ਬਹੁਤ ਵੱਡੀ ਸੋਚ ਆ ਲੈ ਕੇ। ਇਹ ਵਧੀਆ ਆ ਵੀ ਤੁਸੀਂ ਰਿਲੀਜਨ ਨਾਲ ਆਪਣੇ ਜੁੜੇ ਆ, ਹੈਰੀਟੇਜ ਦੇ ਨਾਲ, ਅਤੇ ਨਾਭੇ ਨੂੰ ਵੀ ਅੱਗੇ ਵਧਾਉਣਾ ਚਾਹੁੰਦੇ। ਸੋ ਸਾਨੂੰ ਅੱਜ ਪੋਡਕਾਸਟ ਵਿੱਚ ਟਾਈਮ ਦੇਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਥੈਂਕ ਯੂ, ਧੰਨਵਾਦ। ਹੁਣ ਸਾਡੇ ਨਾਲ ਪੋਡਕਾਸਟ ਵਿੱਚ ਜੁੜੇ ਹਨ ਇੱਕ ਹੋਰ ਨਾਭਾ ਫੈਮਿਲੀ ਦੇ ਮੈਂਬਰ ਮਹਾਰਾਣੀ ਉਮਾ ਸਿੰਘ ਜੀ। ਸੋ ਤੁਹਾਡਾ ਅੱਜ ਦੇ ਪੋਡਕਾਸਟ ਵਿੱਚ ਬਹੁਤ ਬਹੁਤ ਸਵਾਗਤ। ਸਰ, ਤੁਹਾਡੇ ਨਾਲ ਜੇ ਆਪਾਂ ਕੁਐਸਚਨ ਸ਼ੁਰੂ ਕਰੀਏ ਤਾਂ ਪਤਾ ਲੱਗਦਾ ਫਰੋਮ ਯੂਰ ਗ੍ਰੈਂਡਸਨ ਵੀ ਉਹਨਾਂ ਦੀ ਬਹੁਤ ਵੱਡਾ ਰੋਲ ਆ ਤੁਹਾਨੂੰ ਨਾਭੇ ਮੁੜ ਕੇ ਲਿਆਉਣ ਲਈ। ਸੋ ਮੈਂ ਚਾਹੁੰਦਾ ਤੁਹਾਡੇ ਨਾਲ ਵੀ ਆਪਾਂ ਸ਼ੁਰੂ ਤੋਂ ਤੁਹਾਡਾ ਜਿਹੜਾ ਸਫ਼ਰ ਰਿਹਾ ਆ ਉੱਥੋਂ ਆਪਾਂ ਸ਼ੁਰੂ ਕਰੀਏ। ਸੋ ਤੁਹਾਡੀ ਬੈਕਗਰਾਊਂਡ ਫੈਮਿਲੀ ਕਿੱਥੋਂ ਆ? I belong to the Rana family of Nepal, and the Rana family is known as Teen Sarkar because they were the prime minister family to the earlier king, who was the Panch Sarkar. Okay, and my great grandfather, they were very prominent Ranas of Nepal. So I'm Nepalese. My mother, she was from Madhya Pradesh, a state called Nagod. So she was princess of Nagod. So mother was Indian, father was Nepalese. Okay, so ਤੁਹਾਡੀ upbringing Nepal choi? My whole upbringing was in India. I studied in a boarding school called Convent of Jesus and Mary, Waverly, Missouri. And so straight after school, I got married. I came to this family at a very young age. So I learned a lot from them. I'm sorry, I'm speaking more in English because my Punjabi, I do understand a little bit, but I'm trying to learn to talk. And I'm more comfortable in English. That's why I'm speaking in English. Yeah, that's no problem. So if we go back a little bit, ਤੁਹਾਡੀ wedding ਹੋਈ with Raja Himmat Singh ji, ਨਾਭਾ ਦੇ ਜਿਹੜੇ ਸੀਗੇ? Yes, it was all arranged. My grandfather, the Maharaj of Nagod, he's the person who suggested this family. He told my parents, you won't find a better family than this, a better royal family than Nabha family. And he was full of praise for my father-in-law. When you got married, did you know about the Nabha family and another Sikh history which key role siga? No, I had nothing. I knew nothing because I was just around 16 and a half. It wasn't the age to get married then, but I just passed out from my 11th. And here I was married to a totally different family than my usual Rajput families, where all my relatives, my aunts and all. So I was straight into a Sikh tradition. But I felt very much at home because my in-laws, they loved me very much. And in fact, my growing up
you could say, teenage years to womanhood was with them. So ਤੁਹਾਡੇ ਜਿਹੜੇ husband ਸੀਗੇ ਉਹ ਮਹਾਰਾਜਾ ਪ੍ਰਤਾਪ ਸਿੰਘ ਦੇ youngest son ਸੀਗੇ? Youngest son. He was youngest son. And in fact, my husband had an English name also because he was born in London. And his English name was Francis. So everyone, the Patiala family, uncles and aunts-in-laws and all, they all knew him as Francis. Obviously ਤੁਸੀਂ ਜਦੋਂ ਫੈਮਿਲੀ ਚ ਆਏ ਤੁਹਾਨੂੰ ਇਹ ਪਤਾ ਸੀ ਵੀ ਸਿੱਖ ਫੈਮਿਲੀ ਆ ਨਾਭਾ ਰੋਇਲ ਫੈਮਿਲੀ ਆ ਬਟ ਉਸ ਟਾਈਮ ਤੇ ਉਹਨਾਂ ਦੀ ਕਨੈਕਸ਼ਨ ਕਾਫੀ ਸੀਗੀ ਸਿੱਖ ਹੈਰੀਟੇਜ ਦੇ ਨਾਲ ਤੁਸੀਂ ਫਾਈਂਡ ਕੀਤਾ ਜਾਓ ਹੁਣ ਬਾਅਦ ਚ ਜਦੋਂ ਤੁਸੀਂ ਨਾਭਾ ਆਇਆ ਮੁੜ ਕੇ ਤੁਸੀਂ ਰੀਕਨੈਕਟ ਹੋਏ ਆ ਸਿੱਖ ਹੈਰੀਟੇਜ ਦੇ ਨਾਲ? No, my mother-in-law did bring me to Nabha and all that. At home, we used to have Guru Maharaj's apart. We had Guru Maharaj's room. Every day, there was, prayers. And that was I was in touch with Sikhi that way. And whatever artifacts, paintings, everything was from Punjab. So, beyond this, actually, I never tried to know the lineage and everything. I was just content being my husband's wife, and just bringing up my children. I didn't want to study further. I just wanted to settle down into marital bliss, So, you know how it is when you're young. You don't want to study further sometimes, at that time at least. And I was so happy because they all gave me so much happiness that I couldn't ask for anything more, Yeah, that's what I was going to ask you. So obviously you got married at a very young age into the Nabha family. Your father-in-law was Maharaja Nabha and your mother-in-law Maharani Nabha. So how was your relationship with them? Oh, they were wonderful people. My father-in-law used to tie the turban. And he was a very handsome man. I was told he was known as the King of Hearts, And my mother-in-law used to wonder why did he marry her. But I used to tell her that Mummy, you don't know yourself because you've got something very attractive and feminine about you. You don't have to be the whole beautiful, the word beautiful, perfect features and all that, And they both loved me so much, that I was very touched. They left property in Chanakyapuri for me, and plus they gave me a property in Mussoorie, and which in-law will do that for a daughter-in-law, I had very good connection. And I thought of them more like my parents because I learned a lot from them. What would you say, because you got married at such a young age, what's a few qualities that you learned from them because they would have had a role in your upbringing as well in your teenage years? All my, in school though, it was a convent, so we knew a lot of manners there, but the taste for all the different types of English dishes, especially the seafood, and all that I learned from my father-in-law. Another thing what I learned from them is what I'm giving to my daughter-in-law, because she loved me and she let me be myself, me, So and that's what I fully support my daughter-in-law in whatever she does, and I'm there for her. So we two women are together, because of the freedom and love I got from them, I'm able to give it here, So your husband was born and brought up in England. So did he have much connection with Nabha? He was born in London, but he settled here in Delhi. Delhi was our main place, because these boys were all brought up in Doon School, Dehradun, So they were brought up, and so we stayed mostly in Delhi. And me being the youngest, married, I was the younger son's wife, So I wasn't really bothered about what all was happening because it was my brother-in-law, sister-in-law, my in-laws who were handling everything that was Nabha and everything. Okay, so was it your husband's elder brother who was the Maharaja of Nabha? Maharaja of Nabha after my father-in-law was my brother-in-law, Maharaja Hanuman Singh Ji. But his children are there. They're staying in Delhi. But I can only say this much that
Guru Maharaj has brought me here. The circumstances that I came here, I never dreamt of it because I was never a very ambitious person. I was just a housewife bringing up my children and being content with the social circle and lunches, dinners, and the typical Delhi crowd and everything and all that. I never thought beyond that because I had my duties with my children, my husband, and all that. So with no ambition, I came here. I just came here with when my grandson wanted to come here. And my daughter-in-law will tell you more about that. But I just came along with them because now at this age, when I'm 60 plus, I love being here. Maybe in my 40s, 50s, I would have thought otherwise. But I always had a very fondness for Nabha. I can't tell you because in school, as a school girl, my best friend was a Sikh girl from Jalandhar. Okay. And I met her. The first time I went to school, I met her. We both were in class 2. And from then onwards, I had decided that if I have to marry, I'll marry in Punjab. But my friends used to laugh at me and they used to tell me that you'll marry a Rajput in a Rajput family because you are Rajput and all that. I used to say, no, I'm going to marry in Punjab. But just see, Guru Maharaj's kripa se, it was all ordained that without even me having to fall in love or choose anyone, my parents chose this family. And I was so happy that I got this family because I can't tell you, each of my in-laws, my brothers-in-law, my sister-in-law, everyone, thorough gentlemen people, like very, very good at heart. And they're a different type anyway. So now that you've come back to Punjab, you said that you enjoy it. How have the people of Nabha welcomed you to Punjab? Because it's a very big shift from coming from a big capital like Delhi to a village. Yes, no, I felt very much at home because all the people here, they welcomed us. And I was very surprised, I wasn't used to so much of, like the amount of respect and all they gave me, I was really overwhelmed. And I feel very humbled, and do you think that coming back to Nabha, obviously, I'm not sure, is your religious background a Hindu background? See, as a child, I used to pray to Ram because everything was Ram. But it was, I feel Ram only got us together because my brother-in-law, that is my sister-in-law's husband, Maharaj Orcha, he owns the Kanak Bhavan temple in Ayodhya. Okay. And that's where my mother-in-law went to ask for a bride for her younger son as nothing was working out. And when she came back from Ayodhya to Lucknow, we were staying in Lucknow, she got to meet my mother, my grandfather, and that was it. And so I just feel that I started with my Hindu side, praying to my Ram and all, but now I can't tell you it's all Guru Maharaj for me because he's my Guru. And we all need a Guru in our lives. God is there. God is there. My belief will always be there, but now it's Guru Maharaj, and whatever I can do to help my daughter-in-law, my grandson over here, I would love to do. That is, in whichever way we can help people, make a change in the environment, do something for the cleanliness of this place, everything, whatever I've learned there, I would like to bring forth here. And I'm sure my daughter-in-law, she's very capable. And with her initiative, I suppose I will manage to do that. So coming back to Nabha has connected you with Sikhism? I always had a spiritual background thanks to my parents, So I was always seeking the spiritualism side. And that's how I feel. I felt very connected when I came here and I knew Guru Maharaj's room is upstairs. I always knew. And we wanted to do something about that, So it gave me a purpose. And now that I'm here, I'm there to help in whichever way possible.
Like you said, it's a very big thing that you were able to come back to Punjab, whether it be late in your 60s. It's a big thing, and I can't tell you how overwhelmed, how happy I am to be here, to a place where I belong, where my roots are, and I'm so happy that my grandson is here to start afresh, right at his roots. Yeah, you probably think that you learn a lot from your grandson as well, because speaking to him in the podcast, it felt like we learned a lot about Nabba. Yes, I learn a lot from him. He's my young teacher. That's very good that you've connected back with your heritage and been able to learn more about Nabba and helped us to learn more about your family background. So thank you very much for joining us today. Thank you. Thank you. You know, I'm not a very distinct person to, you know, like talk and all, but it was really nice connecting with you and talking to you. Thank you. Thank you very much for your time. Thank you. Sat Sri Akal. So ਹੁਣ ਆਪਾਂ ਜੁੜੇ ਹਾਂ with Rani Preeti Singh of Nabba. So Preeti Singh ਜੀ, ਤੁਹਾਡਾ ਬਹੁਤ-ਬਹੁਤ ਸਵਾਗਤ ਅੱਜ ਦੇ podcast ਦੇ ਵਿੱਚ. Thank you. Sat Sri Akal. So ਤੁਹਾਡੇ son and mother-in-law ਤੋਂ ਉਹਨਾਂ ਦੀਆਂ individual stories and ਥੋੜਾ ਬਹੁਤਾ Nabba ਦੀ history ਬਾਰੇ ਪਤਾ ਲੱਗਿਆ, ਪਰ ਹੁਣ ਮੈਂ ਚਾਹੁੰਦਾ ਤੁਹਾਡੇ ਤੋਂ information ਲੈਣ ਨੂੰ ਵੀ Nabba ਦੀ ਰਿਆਸਤ ਜਿਹੜੀ ਆ ਸ਼ੁਰੂ ਕਿੱਥੋਂ ਹੁੰਦੀ ਆ and present day ਤੱਕ. So ਜਿੱਦਾਂ ਸਾਨੂੰ ਪਤਾ ਵੀ ਪਟਿਆਲਾ, ਨਾਭਾ, ਜੀਂਦ ਇਹ ਤਿੰਨ ਰਿਆਸਤਾਂ ਫੂਲਕੀਆਂ ਰਿਆਸਤ ਤੋਂ ਆਉਂਦੀਆਂ ਹਨ, ਜਾਂ ਫੂਲਕੀਆਂ ਮਿਸਲ, ਜੋ 17th ਤੇ 18th ਸੈਂਚਰੀ ਵਿੱਚ ਬਹੁਤ ਵੱਡੀ ਇੱਕ ਸਿੱਖ ਡਾਇਨੈਸਟੀ ਸੀਗੀ. ਸੋ ਮੈਂ ਚਾਹੁੰਦਾ ਤੁਸੀਂ ਉਹਨਾਂ ਦਾ ਦੱਸੋ ਵੀ ਫੂਲਕੀਆਂ ਮਿਸਲ ਦਾ ਸਿੱਖ ਗੁਰੂਆਂ ਦੇ ਨਾਲ ਔਰ ਬਾਅਦ 'ਚ ਸਿੱਖ ਮਿਸਲਾਂ ਦੇ ਨਾਲ ਉਹਨਾਂ ਦਾ ਕੀ ਹਿਸਟਰੀ ਆ. I think I'll start with Chaudhry Phul Singh ji और बेबी नाभा और जो फुलकिया रियासत थी उनका फ्रॉम द 6th गुरु से एसोसिएशन रहा है हमेशा. मतलब स्टार्ट हुआ फ्रॉम द 6th गुरु, 7th गुरु टिल द 10th गुरु. एंड जो हमारे 6th गुरु थे, गुरु हरगोविंद सिंह जी, उन्होंने चौधरी फूल सिंह जी को वर दिया था कि फूल की क्यारी खूब खिलेगी. एंड देन व्हेन गुरु गोविंद सिंह जी का टाइम आया एंड जब उनके बड़े साहिबजादों के संस्कार में हमारे पूर्वज जो चौधरी फूल सिंह जी के ग्रैंडसन्स थे, भाई राम सिंह, भाई तिलोक सिंह जी, उन्होंने संस्कार करने में मदद करी. तो उस बात से गुरु गोविंद सिंह जी ने खुश होकर दोनों भाई रामा, भाई तिलोका को सिख सजाया एंड उन्हें हुक्मनामा साहब दिया, जिस हुक्मनामा साहब में लिखा था तेरा घर मेरा अस है. एंड और वहां से हमारे परिवार में सिक्खी की शुरुआत हुई. सो भाई रामा, भाई तिलोका दोनों सिंह सजे, दोनों ने अमृत भी चखा. एंड जो भाई तिलोक सिंह जी थे उनसे आगे नाभा और जींद बना और भाई राम सिंह जी से आगे पटियाला. ਸੋ ਤੁਹਾਡੇ ਉਹਨਾਂ ਦੀਆਂ ਕੁਝ ਰੈਲਿਕਸ ਐਂਡ ਆਰਟੀਫੈਕਟਸ ਵੀ ਹੈਗੇ ਆ ਰੱਖੇ ਆ ਹੀਰਾ ਮਹਿਲ ਜੋ ਤੁਹਾਨੂੰ ਮਿਲੇ ਸੀਗੇ ਗੁਰੂ ਗੋਬਿੰਦ ਸਿੰਘ ਜੀ ਤੋਂ ਜਾਂ ਗੁਰੂ ਹਰਗੋਬਿੰਦ ਸਾਹਿਬ ਜੀ ਤੋਂ? We had artifacts and relics from Guru Gobind Singh Ji, but most of them are in Anandpur Sahib, in Anandpur Sahib Takht Gurudwara Sahib mein. We do have one Dhal Sahib of Guru Gobind Singh Ji, that is with us, and that's in Hira Mahal with us. ਸੋ ਤੁਸੀਂ ਦੱਸਿਆ ਵੀ ਨਾਭਾ ਐਂਡ ਜੀਂਦ ਜਿਹੜੀ ਰਿਆਸਤ ਸੀ ਉਹ ਭਾਈ ਤਿਲੋਕ ਸਿੰਘ ਜੀ ਤੋਂ ਆਏ. ਸੋ ਨਾਭਾ ਐਕਚੁਅਲੀ ਜਿਹੜੇ ਸਟੇਟ ਨਾਭਾ ਸੀਗੀ ਉਹ ਸ਼ੁਰੂ ਕਿਹੜੇ ਸੰਨ 'ਚ ਹੋਈ ਸੀਗੀ? So after we got this bakshish from Guru Gobind Singh Ji, तो भाई तिलोक सिंह जी के जो ग्रैंडसन थे राजा हमीर सिंह जी, उन्होंने नाभा किला स्थापित किया था in the year 1755. तो वहां से वो राजा हमीर सिंह जी बने. उनके बाद फिर राजा जसवंत सिंह जी आए. जसवंत सिंह जी के बाद राजा देवेंद्र सिंह जी. राजा देवेंद्र सिंह जी उस टाइम थे जब महाराजा रंजीत सिंह जी का ब्रिटिशर्स से जब इशू हुआ था, उस टाइम थे. एंड उस टाइम महाराजा देवेंद्र सिंह जी ने भी ब्रिटिशर्स का अपोज किया था इस चीज को लेके और महाराजा रंजीत सिंह जी का साथ दिया था. तो उन्हें भी उस टाइम मतलब एवरीबडी नोज दैट जिला बदन सिर्फ महाराजा रिपुदमन सिंह जी हुए थे फ्रॉम नाभा रॉयल फैमिली, बट महाराजा रिपुदमन सिंह जी वाज द सेकंड महाराजा जिन्हें जिला बदन किया था अंग्रेजों ने. उसके पहले महाराजा देवेंद्र सिंह जी को भी नाभा से जिला बदन किया था और उन्हें ब्रिटिशर्स ने मथुरा ट्रांसफर कर दिया था. मथुरा के बाद एंड ही वाज सेंट टू लाहौर फॉर मेनी इयर्स एंड ही पास्ड अवे इन लाहौर. मतलब टिल हिज लास्ट ब्रेथ ही कुडंट कम बैक टू नाभा. ਇਹ ਵੀ ਬਹੁਤ ਵੱਡੀ ਗੱਲ ਹੈ ਕਿਉਂਕਿ ਬਾਕੀ ਜੋ ਰਾਜੇ ਸਨ ਉਸ ਟਾਈਮ ਤੇ ਕਾਫੀ ਕੰਟਰੋਵਰਸੀ ਹੁੰਦੀ ਪਈ, ਉਹਨਾਂ ਨੇ
ਅੰਗਰੇਜ਼ਾਂ ਦਾ ਸਾਥ ਦਿੱਤਾ ਸੀਗਾ ਸੋ ਨਾਭੇ ਦੇ ਰਾਜੇ ਨੇ ਉਸ ਟਾਈਮ ਤੇ ਸਿੱਖਾਂ ਦਾ ਸਾਥ ਦਿੱਤਾ ਸੀਗਾ Yes. So not many people know about him. Like Maharaja Ripudamang Singh Ji, Maharaj Hira Singh Ji, many people know, but not many people know about Maharaja Devendra Singh Ji and his contribution to the Sikhi and his sacrifice, what he did. And after Maharaja Devendra Singh Ji, then Raja Bharpur Singh came, and after Raja Bharpur Singh, Raja Bhagwan Singh, and then Raja Bhagwan Singh had no issues. Then he adopted Maharaja Hira Singh Ji. ਆਪਾਂ ਪਹਿਲਾਂ ਗੱਲ ਕੀਤੀ ਸੀਗੀ ਤੁਸੀਂ ਦੱਸਿਆ ਸੀਗਾ ਵੀ ਤੁਹਾਡੇ ਜੋ ਮਦਰ ਇਨ ਲੋ ਹੈ ਉਹਨਾਂ ਦੀ ਫੈਮਿਲੀ ਦਾ ਵੀ ਲਿੰਕ ਆ ਮਹਾਰਾਣੀ ਜਿੰਦ ਕੌਰ ਜੋ ਸੀਗੇ ਸਰ ਉਸ ਕਿੱਸੇ ਬਾਰੇ ਤੁਸੀਂ ਮਹਾਰਾਜਾ ਸਾਨੂੰ ਦੱਸ ਦਿਓ यस जो महारानी जींद कौर जब नेपाल में जहाँ पे वो रहनी थी जहाँ जिनके शरण में रहनी थी इट वाज अ जंग बहादुर फैमिली सो माय मदर इन लॉ के एंसेस्टर्स हैं वो लोग मतलब माय मदर इन लॉ बिलोंग्स फ्रॉम द सेम फैमिली यस ਹਾਂਜੀ ਸੋ ਤੁਹਾਡੇ ਨਾਭਾ ਫੈਮਿਲੀ ਦਾ ਬਹੁਤ ਵੱਡਾ ਕਨੈਕਸ਼ਨ ਰਿਹਾ ਨਾਟ ਜਸਟ ਵਿਦ ਸਿੱਖ ਹਿਸਟਰੀ ਪਰ ਮਹਾਰਾਜਾ ਰਣਜੀਤ ਸਿੰਘ ਜੀ ਉਹਨਾਂ ਨਾਲ ਤੇ ਮਹਾਰਾਣੀ ਜਿੰਦ ਕੌਰ ਦੇ ਨਾਲ ਅੱਗੇ ਤੁਸੀਂ ਮਹਾਰਾਜਾ ਹੀਰਾ ਸਿੰਘ ਜੀ ਤੇ ਆਏ ਸੀਗੇ ਸਰ ਹੀਰਾ ਸਿੰਘ ਜੀ ਜੋ ਆ ਉਹਨਾਂ ਨੂੰ ਆਫਨ ਕਿਤਾਬ ਮਿਲਦਾ ਪਿਓ ਧਰਮੀ ਰਾਜਾ ਸੀਗੇ ਮਤਲਬ ਰਿਲੀਜੀਅਸ ਰਾਜਾ ਸੀਗੇ ਨਾਭਾ ਦੇ ਸੋ ਤੁਸੀਂ ਸਾਨੂੰ ਦੱਸ ਸਕਦੇ ਵੀ ਉਹਨਾਂ ਦੀ ਕੀ ਕੰਟਰੀਬਿਊਸ਼ਨ ਸੀਗੀ ਨਾਭਾ ਔਰ ਸਿੱਖ ਹਿਸਟਰੀ ਦੇ ਲਈ ਜਿਹੜਾ ਉਹਨਾਂ ਨੂੰ ਧਰਮੀ ਰਾਜਾ ਦਾ ਉਹਨਾਂ ਨੂੰ ਕਿਤਾਬ ਮਿਲਦਾ बिल्कुल महाराजा हीरा सिंह जी धर्मी राजा के नाम से तो जाने जाते थे एंड पर्सनली आई कंसिडर हिम माय आइडल आल्सो बिकॉज उन्होंने जो उनके टाइम में जो रूल्स बनाए थे वो बड़े इंस्पायरिंग लगते हैं मुझे अभी भी लाइक ही रूल्ड अराउंड 130 इयर्स बैक और उस टाइम सती प्रथा वाज एट पीक एंड उस टाइम उन्होंने विडो रीमैरिज का रूल बनाया था कि अगर उनके मतलब नाभा रियासत में कोई भी लेडी विडो हो जाती है तो विद इन 6 months उनकी रीमैरिज करना वाज कंपलसरी तो मुझे ऐसा लगता है कि बहुत बड़ी बात है कि ऐसे टाइम में जब जहाँ सती प्रथा पीक पर है उसको रोक कर और विडो की रीमैरिज की बात करना वाज अ वेरी मॉडर्न थिंकिंग आई थिंक तो उन्होंने बहुत और भी सोसाइटी के साथ बेटरमेंट के लिए और भी बहुत रूल्स बनाए थे जैसे उन्होंने रूल बनाया कि किसी भी बारात में 11 से ज्यादा बाराती जाना अलाउड नहीं था अगर 11 से ज्यादा बाराती जाते थे तो उस टाइम 300 रुपीज का जुर्माना लगता था सो दैट टाइम 300 रुपीज वाज लॉट ऑफ मनी बट ही मेड दिस रूल सो दैट जो लड़की वाले हैं उनके ऊपर ज्यादा बोझ ना आए बारात को संभालने का या उनकी खातिरदारी करने का which is a very nice thing for the society because आज के टाइम में भी अगर हम देखें तो हम देखते हैं कि इतने बड़े लेवल पे सब शादियां होती हैं एंड आई डोंट इवन नो कि वो लड़की वाले कैसे अरेंज कर रहे हैं कि अपनी जमीनें बेच के करते हैं क्या करते हैं बट दैट वाज वेरी इंस्पायरिंग दैट ही मेड अ रूल कि 11 से ज्यादा बाराती नहीं जा सकते थे ਹੁਣ ਤੁਸੀਂ ਨਾਭਾ ਮੁੜ ਕੇ ਆਏ ਆ ਤੁਹਾਡੇ ਵੀ ਕੋਈ ਵਿਆਹ ਰਿਲੇਟਡ ਰੂਲਸ ਹੈਗੇ ਆ ਜਿੱਦਾਂ ਹੀਰਾ ਮਹਿਲ 'ਚ ਕਿਸੇ ਨੇ ਵਿਆਹ ਕਰਾਉਣਾ See, like Hira Mahal, so Hira Mahal, we have a Gurudwara right on top. So if anybody wants to get the Anand Karaj done here, so I offer them the palace. They can use the palace and I don't charge them anything. But my certain conditions are there that the wedding has to be a simple wedding. Number 1. Number 2, there has to be no exchange of dowry. And no exchange of gift. No exchange of gift, no dowry. एंड नॉट ओनली दिस महाराजा हीरा सिंह जी को धर्मी राजा इसलिए भी कहा जाता है बिकॉज आई डोंट नो इफ यू नो दिस और नो नाभा इज ऑल्सो नोन एज मिनी काशी बिकॉज ड्यूरिंग दैट टाइम नाभा हैड द हाइएस्ट नंबर ऑफ टेम्पल्स एंड ही वाज ऑलवेज फॉर ऑल द रिलीजन्स ਆਫਨ ਜਦੋਂ ਮਹਾਰਾਜਾ ਰਣਜੀਤ ਸਿੰਘ ਜੀ ਦਾ ਰਾਜ ਦੇਖਦੇ ਹਾਂ ਤਾਂ ਸਾਨੂੰ ਮਿਲਦਾ ਵੀ ਹਰੇਕ ਧਰਮ ਦੇ ਇਨਸਾਨਾਂ ਨੂੰ ਉੱਥੇ ਫਰੀडम ਸੀਗੀ ਆਫ ਰਿਲੀਜਨ ਸੋ ਇਹੀ ਸੋਚ ਮਹਾਰਾਜਾ ਹੀਰਾ ਸਿੰਘ ਜੀ ਦੀ ਵੀ ਸੀਗੀ ਨਾਭੇ ਨੂੰ ਲੈ ਕੇ That's why also he was called Dharmi Raja because वो सब धर्म का respect करते थे. Though he was a great Sikh, but he used to respect all religions. Yes. ਜਿਹੜੇ ਮਹਾਰਾਜਾ ਹੀਰਾ ਸਿੰਘ ਜੀ ਸੀਗੇ ਮਹਾਰਾਜਾ ਰਿਪੁਦਮਨ ਸਿੰਘ ਜੀ ਉਹਨਾਂ ਦੀ ਆਫਨ ਤਸਵੀਰ ਮਿਲਦੀ ਜਿਹੜੇ ਬਹੁਤ ਵੱਡੇ ਸਿੱਖ ਹਿਸਟੋਰੀਅਨ ਹੋਏ ਭਾਈ ਕਾਨ ਸਿੰਘ ਨਾਭਾ ਜੀ ਸੀਗੇ ਸੋ ਉਹਨਾਂ ਦੇ ਰਿਲੇਟਡ ਕੀ ਇਤਿਹਾਸ ਆ ਕਿਉਂਕਿ ਆਬਵੀਅਸਲੀ ਉਹ ਵੀ ਨਾਭਾ ਦੇ ਹੀ ਸੀਗੇ ਜੋ ਕਾਨ ਸਿੰਘ ਜੀ ਸੀਗੇ हाँ बिल्कुल because Kan Singh Bhai Kan Singh Nabha was from Nabha and he was a teacher to Maharaja Ripudamang Singh Ji so I feel a lot of what Maharaja Ripudamang Singh Ji did was because of his teacher also later they didn't get along or something that's a different issue but initial years mein
by Khan Singh Nabha was a teacher to Maharaja Ripudamang Singh Ji. ਸੋ ਉਹਨਾਂ ਦੀ ਸੋਚ ਜੋ ਯੰਗੈਸਟ ਸੀਗੀ ਉਹ ਬਹੁਤ ਇਨਫਲੂਐਂਸ ਫਿਰ ਕਾਨ ਸਿੰਘ ਜੀ ਦਾ ਵੀ ਹੋਏਗਾ ਉੱਤੇ ਕਿਉਂਕਿ ਉਹ ਵੀ ਬਹੁਤ ਸਿੱਖ ਹਿਸਟਰੀ ਦੇ ਵੱਡੇ ਨੋਟੇਬਲ ਹਿਸਟੋਰੀਅਨ ਹੋਇਆ ਬਿਲਕੁਲ ਐਬਸੋਲੂਟਲੀ ਸੋ ਹੁਣ ਆਪਾਂ ਮਹਾਰਾਜਾ ਰਿਪੁਦਮਨ ਸਿੰਘ ਜੀ ਦੀ ਗੱਲ ਤੋਂ ਸ਼ੁਰੂ ਕੀਤੀ ਆਬਵੀਅਸਲੀ ਉਹ ਤਾਂ ਹੁਣ ਰੀਸੈਂਟ ਈਅਰਸ 'ਚ ਆਪਾਂ ਨੂੰ ਬਹੁਤ ਜ਼ਿਆਦਾ ਪਤਾ ਲੱਗਿਆ ਵੀ ਉਹਨਾਂ ਨੂੰ ਐਕਸਾਈਲ ਕੀਤਾ ਸੀਗਾ ਆਲਮੋਸਟ ਸੇਮ ਸਟੋਰੀ ਜਿੱਦਾਂ ਆਪਾਂ ਮਹਾਰਾਜਾ ਦਲੀਪ ਸਿੰਘ ਜੀ ਦੀ ਦੇਖਦੇ ਹਾਂ ਉਹ ਸੇਮ ਸਟੋਰੀ ਸੀਗੀ ਸੋ ਤੁਸੀਂ ਮਹਾਰਾਜਾ ਰਿਪੁਦਮਨ ਸਿੰਘ ਜੀ ਦਾ ਇਤਿਹਾਸ ਥੋੜ੍ਹਾ ਜਿਹਾ ਸਾਂਝਾ ਕਰੋ ਸਾਡੇ ਨਾਲ see Maharaja Ripudamang Singh Ji के बारे में like what do I say that he was born as a prince, he became a Maharaja, and then when he became a Maharaja जब उनका coronation होना था so उस टाइम coronation करने के लिए ब्रिटिश वाइसरॉय आके आपको as a king announce करते थे but Maharaja Ripudamang Singh Ji chose to do coronation according to a Sikh rules that he before 12 o'clock a part was done and Sant Atar Singh जी भी वहाँ थे और गुरु साहब की हजूरी में अपने बागड़िया परिवार जिनको गुरु का परिवार हम लोग मानते हैं जो हर उसमें अरदास करते हैं फॉर फैमिलीज उन्होंने अरदास करके एंड दैट्स हाउ सिक्खी के हिसाब से उनका कॉरोनेशन हुआ था एंड वही चीज ब्रिटिशर्स को बुरी लगी कि आज अगर एक प्रिंस ऐसा कर रहा है तो धीरे धीरे ऐसा ना हो कि हिंदुस्तान में और भी प्रिंस ऐसे करने लग जाएं सो दैट वाज द मेन रीजन जिसकी वजह से ब्रिटिशर्स का महाराज रिपुदमन सिंह जी के साथ एक डिस्प्यूट चालू हुआ था ਹਾਂਜੀ ਤਾਂ ਉਹਨਾਂ ਤੇ ਮਹਾਰਾਜਾ ਸਾਹਿਬ ਦਾ ਰਾਜ ਸੀਗਾ ਉਸ ਟਾਈਮ ਤੇ ਸਿੱਖਾਂ ਦੇ ਲਈ ਬਹੁਤ ਔਖੇ ਟਾਈਮ ਹੋਇਆ ਜਿੱਦਾਂ ਜਲਿਆਂਵਾਲਾ ਬਾਗ ਮੈਸੇਕਰ ਜਿਹੜਾ ਸੀਗਾ ਉਹ ਵੀ ਉਸ ਟਾਈਮ ਤੇ ਹੋਇਆ ਐਂਡ ਸਿੱਖ ਲੈਗਸੀ ਦੇ जब जलियांवाला ਹਾਂਜੀ जलियांवाला बाग मैसेकर के बाद जब जनरल डायर वापस जा रहे थे अमृतसर से तो महाराजा रिपुदमन सिंह जी ने उनका अपोज किया और उन्हें नाभा स्टेट में नहीं घुसने दिया था ਸੋ ਉਹਨਾਂ ਨੇ ਖੁੱਲ ਕੇ ਵਿਰੋਧ ਕੀਤਾ ਸੀਗਾ ਜਦੋਂ ਸਿੱਖਾਂ ਦੇ ਨਾਲ ਕੁਛ ਉਸ ਟਾਈਮ ਤੇ खुल के विरोध किया सी यस खुल के यस ਇਹ ਵੀ ਮੈਂ ਪੜ੍ਹਿਆ ਵੀ ਉਹਨਾਂ ਦੇ ਜਿਹੜਾ ਆਨੰਦ ਮੈਰਿਜ ਐਕਟ ਆ ਜਿਹੜਾ ਸੈਪਰੇਟ ਕਰਦਾ ਵੀ ਸਿੱਖ ਐਂਡ ਹਿੰਦੂ ਮੈਰਿਜ ਜਾਂ ਮੁਸਲਿਮ ਮੈਰਿਜ ਤੋਂ ਉਹਨਾਂ ਵਿੱਚ ਵੀ ਉਹਨਾਂ ਦੀ ਕੰਟਰੀਬਿਊਸ਼ਨ ਸੀਗੀ ਉਸ ਟਾਈਮ ਤੇ contribution ਸੀਗੀ yes he introduced Anand Marriage Act ਹਾਂਜੀ ਸੋ ਮਹਾਰਾਜਾ ਰਿਪੁਦਮਨ ਸਿੰਘ ਜੀ ਦਾ ਉਹਨਾਂ ਨੇ ਖੁੱਲ ਕੇ ਵਿਰੋਧ ਕੀਤਾ ਬ੍ਰਿਟਿਸ਼ ਐਮਪਾਇਰ ਦਾ ਇੱਕ ਰਾਜਾ ਦੀ ਪੋਜੀਸ਼ਨ ਤੇ ਹੋ ਕੇ ਤੇ ਬਾਅਦ ਚ ਉਹਨਾਂ ਨੂੰ ਐਕਸਾਈਲ ਕੀਤਾ ਗਿਆ ਸੀ ਸੋ ਉਹ ਸਟੋਰੀ ਕਿਵੇਂ ਰਹੀ ਵੀ ਉਹ ਮੁੜ ਕੇ ਨਾਭਾ ਆਏ ਸੀਗੇ ਜਾਂ ਐਕਸਾਈਲ ਚ ਹੀ ਰਹੇ ਸੀਗੇ अनफॉर्चुनेटली ही कुड नेवर कम बैक टू नाभा बिकॉज जब यहाँ से उन्हें ब्रिटिशर्स ने डीथ्रोन करके पहले मसूरी ले गए कुछ टाइम मसूरी में रखा और उन्हें उसके बाद कोडी कनाल में ही वाज हाउस अरेस्ट फॉर 23 years and he could never come back which is I feel very sad and I sometimes think about his life that he was born with a golden spoon born as a prince then became a maharaja and then leaving everything behind and just being house arrest must be such a difficult time for him and he was arrested from here the same palace where I'm talking from he was arrested from here and he was taken by the Britishers so ਉਹਨਾਂ ਦੀ legacy obviously ਬਹੁਤ important ਆ ਮੁੜ ਕੇ ਲਿਆਉਣ ਨੂੰ ਕਿਉਂਕਿ ਉਹਨਾਂ ਨੇ ਸਿੱਖ ਹਿਸਟਰੀ ਵਿੱਚ ਬਾਕੀ ਰਾਜਾਂ ਦੀ ਕੰਟਰੋਵਰਸੀ ਇਹ ਹੁੰਦੀ ਵੀ ਉਹਨਾਂ ਨੇ ਸਪੋਰਟ ਕੀਤਾ ਸੀ ਬ੍ਰਿਟਿਸ਼ ਐਮਪਾਇਰ ਦਾ ਪਰ ਇਹਨਾਂ ਨੇ ਫਿਰ ਵੀ ਸਿੱਖ ਰਾਈਟਸ ਲਈ ਇਹਨਾਂ ਨੇ ਬਹੁਤ ਸਟੈਂਡ ਲਿਆ ਸੀਗਾ ਸੋ see more than just his legacy मुझे I strongly feel कि पंजाब में हमको हमारा हेरिटेज बचाने की बहुत जरूरत है and being married in Nabha family I realized that our family was so blessed by so many gurus gave us so many bakshishes relics and unfortunately none of us were doing उनकी सेवा तो आई रियली फील कि हमारी फैमिली बहुत ब्लेस्ड थी कि हमें ये सब गुरुओं ने दिया था और हम उसको मुड़ के नहीं संभाल रहे वो बहुत गलत कर रहे हैं सो आई फील ब्लेस्ड दैट गुरु महाराज ने मुझे चांस दिया मेरी फैमिली को चांस दिया है हम लोग ये कर पा रहे हैं और मोर देन एनीथिंग आई वांट टू ब्रिंग बैक हीरा महल इन हिज बेस्ट ऑफ हिज ग्लोरी पॉसिबल फॉर द सेक ऑफ महाराजा रिपुदमन सिंह जी बिकॉज आई एम श्योर जब वो यहाँ से गए होंगे ही मस्ट हैव नेवर थॉट कि वो कभी वापस नहीं आएंगे कहीं ना कहीं तो मन में उनको होगा कि मे बी द सिचुएशन विल चेंज एंड आई विल कम बैक एंड ही कुड नेवर कम बैक and on top of that the Britishers asked him to write a sorry letter that if you'll write a sorry letter about what you did as your coronation or whatever we'll
send you back to Nabha. But then he refused to write a letter, sorry letter. So, sometimes I feel it must be such a difficult time for him also. ਜਿੱਦਾਂ ਤੁਸੀਂ ਗੱਲ ਕੀਤੀ ਤੁਹਾਨੂੰ ਆਬਵੀਅਸਲੀ ਤੁਸੀਂ ਸਾਡੇ ਨਾਲ ਬਹੁਤ ਨਾਭਾ ਦੀ ਹਿਸਟਰੀ ਸਾਂਝੀ ਕੀਤੀ ਆ ਸਰ ਮੈਂ ਤੁਹਾਡੇ ਮਦਰ ਨਾਲ ਵੀ ਗੱਲ ਕੀਤੀ ਸੀ ਉਹ ਕਹਿੰਦੇ ਸੀ ਕਿ ਹੁਣ ਜ਼ਿਆਦਾ ਉਹਨਾਂ ਨੂੰ ਪਤਾ ਲੱਗ ਗਿਆ ਜਦ ਨਾਭਾ ਵਾਪਸ ਆਇਆ ਪਹਿਲਾਂ ਉਹਨਾਂ ਨੂੰ ਇੰਨੇ ਨਾਭਾ ਦੀ ਹੈਰੀਟੇਜ ਜਾਂ ਸਿੱਖ ਹੈਰੀਟੇਜ ਬਾਰੇ ਨਹੀਂ ਸੀ ਪਤਾ ਸਰ ਤੁਹਾਨੂੰ ਪਹਿਲਾਂ ਪਤਾ ਸੀਗਾ ਵਿਆਹ ਤੋਂ ਵੀ ਨਾਭਾ ਪਰਿਵਾਰ ਉਹਨਾਂ ਦਾ ਰੋਲ ਪੰਜਾਬ ਦੇ ਵਿੱਚ I only know, I didn't know the role about Punjab, but then when we used to come to Nabha to visit Sai Samad or to Hira Mahal or to, for some work or the other, there was one gentleman, old gentleman called Gurmail Singh ji. He used to meet me very often and he used to just go on and on talking to me about explaining me what Sikhism is and how your family is blessed by gurus and if you're not doing gurus ka seva aap kitna badi galti kar rahe ho, things like that. And I think I'll give 100% credit to him to explain me these things. ਹਾਂਜੀ ਕਿਉਂਕਿ ਇਹ ਵੀ ਬਹੁਤ ਵੱਡੀ ਗੱਲ ਜੇ ਤੁਸੀਂ ਮੈਂਸ਼ਨ ਕੀਤਾ ਡਾਇਰੈਕਟਲੀ ਉਹਨਾਂ ਨੂੰ 2 ਜਾਂ 3 ਗੁਰੂ ਸਾਹਿਬਾਨ ਤੋਂ ਉਹਨਾਂ ਨੂੰ ਬਲੇਸਿੰਗਸ ਮਿਲੇ ਸੀ ਕਿ ਨਾਭਾ ਪਰਿਵਾਰ ਨੂੰ In fact jo Guru Sahib ka Kesh Kanga was also with our family, which was given to Peer Buddhu Shah by Guru Gobind Singh Ji. And later years mein Peer Buddhu Shah's family member, whoever had this, realized that, his family might not be able to take care of it properly. So he went all around to ask people ki ye, he wanted to take a test ki main kisko दूं ye cheez jo isko अच्छे से रख पाए. So he went to all the Maharajas, to Sant Mahatmas, I don't know who all. So some people, he asked people, कि इसको आप कैसे रखोगे if I'll give it to you? तो someone said कि मैं सोने का तख्त बनाऊंगा. Someone said मैं इसमें हीरे जड़ा के उस पे रखूंगा. और someone said मैं ऐसी पालकी बना के रखूंगा और things like this. So when he came to Maharaj Hira Singh Ji and he asked Hira Singh Ji कि अगर if I give this to you, how will you keep it? So Hira Singh Ji ने उन्हें बताया कि मैं अपने सर पे रखूंगा करके. So immediately then he handed over to Hira Singh Ji and then that's how then all the Gurudwara right on top in Hira Mahal is called Gurudwara Saropao Sahib कि हम अपने Guru Sahib को अपने सर पे रख के चलते हैं. And all Nabha's, all historical buildings, all the old buildings, if you'll notice the top room is always of Guru Maharaj's room. ਤੁਸੀਂ ਵੀ ਹੁਣ ਬਾਬਾ ਜੀ ਦਾ ਪ੍ਰਕਾਸ਼ ਕੀਤਾ ਆ ਹੀਰਾ ਮਹਿਲ ਤੇ ਟੌਪ ਤੇ ਜਿੱਦਾਂ ਮਹਾਰਾਜਾ ਹੀਰਾ ਸਿੰਘ ਜੀ ਦੇ ਟਾਈਮ ਤੇ ਸੀ Yes, we have restored that room. And मोड़ प्रकाश करके तो that's how जब हमने प्रकाश करके we started the अखंड पाठ साहब जो I'm sure my son must have told you जो बाबा राजा सिंह जी ने एक चोखड़े पे पाठ किया and then पाठ का भोग हाँ जी ਉਹਨਾਂ ਦੀ ਦਸਤਾਰਬੰਦੀ ਤੇ yes पाठ का भोग डालती we did दस्तारबंदी ਸੋ ਜੇ ਆਪਾਂ ਮੁੜ ਕੇ ਆਈਏ ਮਹਾਰਾਜਾ ਤੇ ਮਹਾਰਾਜਾ ਰਿਪੁਦਮਨ ਸਿੰਘ ਜੀ ਦੀ ਆਪਾਂ ਗੱਲ ਕਰਦੇ ਸੀਗੇ ਉਦੋਂ ਬਾਅਦ ਸੀਗੇ ਤੁਹਾਡੇ ਗ੍ਰੈਂਡਫਾਦਰ ਇਨ ਲੋ ਜੋ ਮਹਾਰਾਜਾ ਪ੍ਰਤਾਪ ਸਿੰਘ ਜੀ ਸੀਗੇ ਸੋ ਤੁਹਾਡੇ ਮਦਰ ਇਨ ਲੋ ਨੇ ਵੀ ਸਾਨੂੰ ਦੱਸਿਆ ਸੀਗਾ ਕਿ ਉਹ ਆਬਵੀਅਸਲੀ ਇੰਗਲੈਂਡ ਲੈ ਕੇ ਆਏ ਸੀਗੇ ਉਹਨਾਂ ਦੀ ਫੈਮਿਲੀ ਵੀ ਇੰਗਲੈਂਡ ਸੀਗੀ ਔਰ ਫਿਰ ਉਹ ਵਾਪਸ ਗਏ ਸੀਗੇ ਇੰਡੀਆ ਸੋ ਉਹਨਾਂ ਦਾ ਇਦਾਂ ਸਫ਼ਰ ਕਿੱਦਾਂ ਰਿਹਾ ਸੀ ਜਦੋਂ ਉਹ ਇੰਡੀਆ ਵਾਪਸ ਗਏ ਸੀਗੇ ਇੱਥੋਂ ਇੰਗਲੈਂਡ ਤੋਂ Yes, I'll tell you. When he came back and he became a Maharaja here in Nabha, and soon after that, just after a few years, India became independent and all the properties of Raja Maharajas went to the government. So I feel, this generation, they were born as prince, became the Maharajas, and suddenly they became commoners, must be the most difficult time. See, I'll tell you, just at that time, Maharaja Pratap Singh Ji had more than 350 staff members in Hira Mahal. And then, when all the properties were taken away, he was not getting any taxes. He didn't know how to pay them. So, as he had studied in London and he had London dairy friends, तो उनसे बात करके Horlicks factory, he got the factory to Nabha. अदरवाइज ये फैक्ट्री पहले बैंगलोर जा रही थी, फिर ये इसको नाभा लाए. नाभा लाने के लिए एक वीर निवास करके कोठी है, वो उन्होंने वहाँ अंग्रेज अफसर जो उनके थे हॉर्लिक्स फैक्ट्री के, उनको दिखाई कि यू कैन स्टे हियर एंड टेक दिस प्लेस सो दैट इट्स इजी फॉर यू टू कंस्ट्रक्ट द फैक्ट्री. एंड देन दे सेड कि हमको इतना मिल्क कहाँ से मिलेगा यहाँ पे. देन महाराजा प्रताप सिंह जी ओपनड अ डेयरी कॉल्ड लिली फार्म्स, विच इज स्टिल देयर विद द गवर्नमेंट, for the milk production for the Horlicks factory.
एंड वंस द फैक्ट्री वाज ओपन फिर उन्होंने अपने जो यहाँ पे वर्कर्स थे उन्हें वहां नौकरी पे लगवाया. ਅੱਛਾ ਤਾਂ ਕਿ ਉਹਨਾਂ ਤੇ ਇੰਪੈਕਟ ਨਾ ਪਵੇ ਵੀ ਜੌਬ ਲਾਸ ਦਾ. yes yes वो इम्पैक्ट ना पड़े. एंड देन प्लस ही जो पीपीएस नाभा स्कूल है so that was also given by Maharaja Pratap Singh ji. He gave it to Sardar Kairo, who was the CM that time. He asked his help to convert it into a school for the people. So Maharaja Pratap Singh ji also contributed a lot for the society. ਹਾਂਜੀ ਸਰ ਜਿੱਦਾਂ ਆਪਾਂ ਹੁਣ ਹਿਸਟਰੀ ਸਾਰੇ ਮਹਾਰਾਜਿਆਂ ਦੀ ਸਾਂਝੀ ਕੀਤੀ ਇਹ ਪੈਟਰਨ ਹੈ ਕਿ ਆਪੀ ਹਰੇਕ ਮਹਾਰਾਜਾ ਨੇ ਕੋਈ ਨਾ ਕੋਈ ਕੰਟਰੀਬਿਊਸ਼ਨ अपना अपना contribution कराइए. yes ਸਰ ਮੈਂ ਪਹਿਲਾਂ ਜਦੋਂ ਆਪਾਂ ਪੋਡਕਾਸਟ ਸ਼ੁਰੂ ਕੀਤਾ ਮੈਂ ਤੁਹਾਡੇ ਸਰ ਨਾਲ ਜਦੋਂ ਗੱਲ ਕੀਤੀ ਉਹਨਾਂ ਦੀ ਸਿੱਖੀ 'ਚ ਜਿਹੜੀ ਜਰਨੀ ਸੀਗੀ ਤਾਂ ਉਹਨਾਂ ਨੇ ਕਿਹਾ ਸੀ ਲਗਭਗ 2 ਜਨਰੇਸ਼ਨਸ ਦਾ ਗੈਪ ਪੈ ਗਿਆ ਸੀਗਾ ਜਿਹਦੇ ਵਿੱਚ ਸਿੱਖੀ ਨਾਲ ਇੰਨੀ ਕਨੈਕਸ਼ਨ ਨਾ ਸੀ. ਸਰ ਤੁਹਾਡੇ ਸਨ ਬਹੁਤ ਯੰਗ ਏਜ ਤੋਂ ਉਹਨਾਂ ਨੂੰ ਸਿੱਖੀ ਦੇ ਨਾਲ ਖਿੱਚ ਸੀਗੀ. ਸਰ ਤੁਹਾਨੂੰ ਕਿੱਦਾਂ ਇਹ ਲੱਗਿਆ ਸੀਗਾ ਕਿਉਂਕਿ ਤੁਸੀਂ ਖੁਦ ਸਿੱਖ ਬੈਕਗਰਾਊਂਡ ਤੋਂ ਨਹੀਂ ਸੀਗੇ ਤਾਂ ਉਹਨਾਂ ਦਾ ਜਿੱਦਾਂ ਇੰਟਰਸਟ ਸੀਗਾ ਸਿੱਖੀ ਵੱਲ ਇਹਦੇ ਬਾਰੇ ਜੇ ਤੁਸੀਂ ਦੱਸ ਸਕਦੇ. इनिशियली तो आई थॉट कि ऐसे कभी होता ना कोई पुराना पास्ट लाइफ याद होती है या कुछ होता है तो इनिशियली आई थॉट मे बी ही रिमेम्बर्स हिज पास्ट लाइफ एंड ही सम भटकती आत्मा फ्रॉम द पार्टीशन टाइम एंड दैट्स व्हाई ही टॉक्स ऑल दिस which my mother-in-law and I used to talk and we used to just laugh it out and not take him so seriously. But then he himself as I thought, as he'll grow older, he'll forget these things and he'll forget about growing his hair and he would, just come to the normal, this thing. But no, as he grew older, the more and more he started saying things, the more and more he said, I'm a Sikh, don't cut my hair, I don't want to cut my hair. And then he would just, it's very funny, but he would not talk in English and then he would hate England flag. A lot of things. I don't want to say much. It seems very odd when I talk like this. But I didn't understand initially why he wants to do or what is it. So, I don't know. It's all Guru Maharaj's, whatever, his game or whatever his wish. So, as a mother, ਤੁਹਾਨੂੰ ਡਿਫਰੈਂਟ ਲੱਗਿਆ ਹੋਵੇਗਾ ਵੀ ਇੰਨੀ ਸਿੱਖੀ ਦੇ ਨਾਲ ਕਨੈਕਸ਼ਨ ਜੋ ਕਿ ਤੁਹਾਡੇ ਹਸਬੈਂਡ ਦੀ ਜਾਂ ਫਾਦਰ ਇਨ ਲੋ ਦੀ ਨਹੀਂ ਸੀਗੀ ਉਹ ਤੁਹਾਡੇ ਸਨ ਚ ਸੀਗੀ. So I used to convince my son that why do you want to grow your hair? Your father didn't keep hair. Your grandfather does not have hair. Why do you want to keep it? So he used to turn around and tell me कि अगर वो गलत कर रहे हैं तो मैं क्यों करूं? उन्हें भी नहीं काटना चाहिए. So then I used to just keep quiet and I used to just not say anything. What to say this to, what can I say for this? Because we knew that our family is a Sikh background family. We are the Sikhs. But I was from a Rajput background. So I actually didn't want my son to keep hair, very honestly. And but then his will, his उसको क्या बोले उसका जज्बा जो था कि नहीं मैं केश रखूंगा और मैं तो फिर then I thought let him do what he wants. ਤੇ ਤੁਸੀਂ ਕਹਿ ਸਕਦੇ ਵੀ ਜਿੱਦਾਂ ਹੁਣ ਤੁਸੀਂ ਆਪਣੇ ਸਨ ਨੂੰ ਜਦੋਂ ਦੇਖਦੇ ਜਦ ਤੁਸੀਂ ਕਿਹਾ ਪਹਿਲਾਂ ਤੁਹਾਡੇ ਮਨ 'ਚ ਨਹੀਂ ਸੀ ਵੀ ਬਾਲ ਰੱਖਣੇ ਹੁਣ ਜਦੋਂ ਤੁਸੀਂ ਉਹਨਾਂ ਨੂੰ ਦੇਖਦੇ ਦਸਤਾਰ ਸਜਾ ਕੇ ਤੇ ਤੁਹਾਨੂੰ ਪ੍ਰਾਊਡ ਫੀਲਿੰਗ ਤਾਂ ਹੁੰਦੀ ਹੋਏਗੀ ਵੀ ਆਪਣੇ ਹੈਰੀਟੇਜ ਨਾਲ ਜੁੜਿਆ. Now I feel very proud, and I feel guilty also because what I did with him in his childhood, that इसको हम 3-4 adults जबरदस्ती पकड़ के इसके बाल काटते थे. That time I didn't realize what I'm doing and I feel very bad about it that what I did to him. But what can one do? ਰੀਸੈਂਟਲੀ ਆਪਾਂ ਇੱਕ ਪੋਸਟ ਵੀ ਕੀਤਾ ਸੀਗਾ ਪਬਲਿਸ਼ ਜੇ ਤੁਸੀਂ ਸਾਡੀ ਹੈਲਪ ਕੀਤੀ ਸੀਗੀ ਰਿਸਰਚ ਕਰਨ ਲਈ ਆਪਾਂ ਦੇਖਦੇ ਸੀ ਵੀ ਮਹਾਰਾਜਾ ਰਣਜੀਤ ਸਿੰਘ ਜੀ ਦੇ ਜੇ ਅੱਗੇ ਕੋਈ ਡਿਸੈਂਡੈਂਟਸ ਹੈਗੇ ਆ ਜਾਂ ਨਹੀਂ ਤਾਂ ਅਕਸਰ ਸਾਨੂੰ ਫੋਕਸ ਹੁੰਦੀ ਆ ਵੀ ਮਹਾਰਾਜਾ ਦਲੀਪ ਸਿੰਘ ਜੀ ਦੇ ਅੱਗੇ ਜੋ ਬੱਚੇ ਸਨ ਉਹਨਾਂ ਦੇ ਕੋਈ ਗਾਂ ਉਹਨਾਂ ਦੀ ਪੀੜ੍ਹੀ ਅੱਗੇ ਨਹੀਂ ਵਧੀ ਪਰ ਲੱਕਲੀ ਆਪਾਂ ਜਿੱਦਾਂ ਰਿਸਰਚ ਕੀਤੀ ਸਾਨੂੰ ਲੱਭਿਆ ਵੀ ਨਾਭਾ ਫੈਮਿਲੀ ਦੇ ਨਾਲ ਤੁਹਾਡੇ ਜਿਹੜੇ ਮਹਾਰਾਣੀ ਉਰਮਿਲਾ ਦੇਵੀ ਸੀਗੇ ਉਹ ਇੱਕ ਡਾਇਰੈਕਟ ਡਿਸੈਂਡੈਂਟ ਸੀਗੇ ਮਹਾਰਾਜਾ ਰਣਜੀਤ ਸਿੰਘ ਜੀ ਦੇ. ਸੋ ਇਹ ਜਦੋਂ ਤੁਹਾਨੂੰ ਪਤਾ ਲੱਗਿਆ ਤੁਹਾਨੂੰ ਕਿੱਦਾਂ ਲੱਗਿਆ ਵੀ ਤੁਸੀਂ ਮਹਾਰਾਜਾ ਰਣਜੀਤ ਸਿੰਘ ਦੇ ਤੁਹਾਡੇ ਆਬਵੀਅਸਲੀ ਸਨ ਐਂਡ ਹਸਬੈਂਡ ਉਹਨਾਂ ਦੇ ਡਿਸੈਂਡੈਂਟਸ ਆ ਅੱਗੇ. Of course, we feel very proud to know this कि कहीं ना कहीं महाराजा रंजीत सिंह जी से भी नाभा फैमिली का कनेक्शन है because he was known as Sher-e Punjab, so we feel very proud that we are connected to him. ਮੈਂ ਤੁਹਾਡੇ ਸਨ ਨੂੰ ਵੀ ਇਹ ਪੁੱਛਿਆ ਸੀ ਵੀ ਨਾਭਾ ਦੇ ਮਹਾਰਾਜੇ ਜਿਹੜੇ ਸੀਗੇ ਸਾਰਿਆਂ ਤੋਂ ਜ਼ਿਆਦਾ ਇੰਸਪੀਰੇਸ਼ਨ ਉਹ ਕਿੱਥੋਂ ਲੈਂਦੇ ਤੇ ਤੁਹਾਡਾ ਇੰਸਪੀਰੇਸ਼ਨ ਇਸ ਵੇਲੇ ਕੌਣ ਆ ਮਹਾਰਾਜਿਆਂ ਤੋਂ?
Maharaja Hira Singh ji, I take it as inspiration because he was more towards seva, towards serving the people, and so I think I take him as my inspiration. ਸੋ ਜੇ ਆਪਾਂ ਗੱਲ ਕਰੀਏ ਤੁਸੀਂ ਕਿਹਾ ਵੀ ਪੰਜਾਬ ਦੀ ਹੈਰੀਟੇਜ ਬਚਾਉਣ ਲਈ ਬਹੁਤ ਜ਼ਰੂਰੀ ਆ ਤਾਂ ਆਬਵੀਅਸਲੀ ਆਪਾਂ ਦੇਖਦੇ ਹਾਂ ਕਈ ਪੁਰਾਣੇ ਕਿਲੇ ਸਾਡੇ ਜਿੱਦਾਂ ਆਪਾਂ ਰਾਜਸਥਾਨ ਜਾਈਦਾ ਤਾਂ ਆਪਾਂ ਦੇਖੀਦਾ ਵੀ ਸਾਰੇ ਹੈਰੀਟੇਜ ਉੱਥੇ ਬਚੀ ਹੋਈ ਆ ਤੇ ਆਪਾਂ ਦੇਖੀਦਾ ਵੀ ਕਮਾਲ ਦਾ ਆਰਕੀਟੈਕਚਰ ਆ ਤੇ ਤੁਹਾਨੂੰ ਲੱਗਦਾ ਵੀ ਪੰਜਾਬ 'ਚ ਵੀ ਬਹੁਤ ਜ਼ਰੂਰੀ ਆ ਇਹ ਫੋਰਟ ਜਿਹੜੇ ਆ ਜਾਂ ਪੈਲੇਸਿਸ ਹੋਏ ਇਹਨਾਂ ਨੂੰ ਬਚਾਉਣ ਦੇ ਲਈ I feel awful to see that how our heritage has been ruined in front of our eyes. And we feel so helpless because now everything is with the government. The government is the main Raja Maharaja. We are nobody. We are just a commoners. So, but in whatever way we can do a small thing, like after the Hira Mahal renovation, restoration is over, I'd like to do the Shahi Samadh restoration. जो समाधि महाराज हीरा सिंह जी के पहले के टाइम की बनी हुई है उसका रिस्टोरेशन अब मैं चालू करूंगी एंड हम लोग एक आई एम कनेक्टेड विद वन ग्रुप कॉल्ड दीवान टोडलमल फाउंडेशन तो उसमें दीवान टोडलमल हवेली जो फतेहगढ़ सामने है उसको हम लोग रिस्टोर कर रहे हैं सो इन वट एवर लिटिल वे आई कैन कॉन्ट्रीब्यूट वेर एवर आई एम ट्राइंग टू डू इट हाँ जी ਤੇ ਜਿੱਦਾਂ ਹੀਰਾ ਮਹਿਲ ਆਪਾਂ ਜਦੋਂ ਪੁਰਾਣੀ ਤਸਵੀਰ ਦੇਖੀ ਤਾਂ ਬਹੁਤ ਜ਼ਿਆਦਾ ਅੰਦਰੋਂ ਰੂਇਨ ਹੋ ਗਿਆ ਸੀਗਾ ਕਿਉਂਕਿ ਕਿੰਨੀਆਂ ਜਨਰੇਸ਼ਨਸ ਦਾ ਗੈਪ ਪੈ ਗਿਆ ਸੀ ਉੱਥੇ ਕੋਈ ਨਹੀਂ ਸੀ ਰਿਹਾ ਤਾਂ ਹੁਣ ਜਦੋਂ ਆਪਾਂ ਦੇਖੀਦਾ ਤਾਂ ਬਹੁਤ ਪ੍ਰਾਊਡ ਫੀਲਿੰਗ ਹੁੰਦੀ ਆ ਵੀ ਤੁਸੀਂ ਉਹਨਾਂ ਨੂੰ ਰਿਸਟੋਰ ਕਰ ਸਕੇ ਸੋ ਇਹ ਮਹਿਲ ਨੂੰ ਰਿਸਟੋਰ ਕਰਨ ਨੂੰ ਇਹਦੇ ਵਿੱਚ ਸਭ ਤੋਂ ਵੱਡਾ ਤੁਹਾਡੀ ਫੈਮਿਲੀ ਦਾ ਕੌਣ ਸੀਗਾ ਡਰਾਈਵਿੰਗ ਫੋਰਸ ਵੀ ਆ ਮਹਿਲ ਨੂੰ ਬਚਾਉਣਾ ਆ My son. Actually, whatever I'm talking about my son to you, I think I'm only saying 1% of it because I feel very odd talking like this over a camera or something about him. But it's all his wish and his, usko bolte hain, his zidd, I should say, ki we're doing this. Yeah. So, ਨਾਭਾ ਵਿੱਚ ਤੁਸੀਂ ਮੈਂਸ਼ਨ ਕੀਤਾ ਵੀ ਤੁਸੀਂ ਸਿਰਫ ਨਾਭੇ ਵਿੱਚ ਪਰ ਦੀਵਾਨ ਟੋਡਰਮਲ ਹਵੇਲੀ ਜਿਹੜੀ ਆ ਉਹਨਾਂ ਦੇ ਰੈਸਟੋਰੇਸ਼ਨ ਪ੍ਰੋਜੈਕਟ ਸੋ ਉਹਦੇ ਬਾਰੇ ਤੁਸੀਂ ਹੋਰ ਕੁਝ ਸਾਨੂੰ ਦੱਸ ਸਕਦੇ ਹੋ ਕਿਉਂਕਿ ਉਹਦਾ ਵੀ ਬਹੁਤ ਵੱਡੀ ਜੇ ਦੀਵਾਨ ਟੋਡਰਮਲ ਜੀ ਸੀਗੇ ਉਹਨਾਂ ਦਾ ਹਿਸਟਰੀ ਵਿੱਚ ਬਹੁਤ ਵੱਡਾ ਰੋਲ ਹੈ ਸੋ ਉਹ ਪ੍ਰੋਜੈਕਟ ਦੇ ਸਰਾਊਂਡਿੰਗ ਤੁਸੀਂ ਜੇ ਸਾਨੂੰ ਦੱਸ ਸਕਦੇ Yes, and I feel very proud कि मुझे मौका मिल रहा है उस हवेली में कुछ सेवा करने का because दीवान टोडरमल ने छोटे साहिबजादों का संस्कार किया था और हमारे पूर्वजों ने मेरे पूर्वजों ने बड़े साहिबजादों का किया था तो आई फील वेरी प्राउड कि मुझे मौका मिल रहा है कि मैं उनकी हवेली में रिस्टोरेशन में कुछ हेल्प कर पा रही हूँ कुछ पार्ट बन पा रही हूँ देयर आर मेनी NRIs involved with this from Canada, US, UK, and but the main financial help they all are doing. But I am also involved in it and taking care of the legal part, looking after the work, and seeing it on and off whenever possible. ਬਿਲਡਿੰਗਸ ਦੀ ਗੱਲ ਕੀਤੀ ਸੀ ਕਿ ਫੋਰਟ ਬਚਾਉਣੇ ਜਾਂ ਪੈਲੇਸ ਬਚਾਉਣੇ ਰਾਜਸਥਾਨ 'ਚ ਇਹ ਕੰਮ ਆਪਾਂ ਦੇਖਦੇ ਬਹੁਤ ਐਫੀਸ਼ੀਐਂਟਲੀ ਹੋਇਆ ਵੀ ਹੁਣ ਆਪਾਂ ਜਾ ਸਕਦੇ ਹਾਂ ਤੇ ਵਿਜ਼ਿਟ ਕਰ ਸਕਦੇ ਜਿਹੜੇ ਮਹਿਲ ਸੀਗੇ ਜਾਂ ਫੋਰਟ੍ਰੈसेस राजस्थान के लिए एफिशिएंटली हुआ ये सब इज बिकॉज एक तो राजस्थान ने इतने इन्वेडर्स फेस नहीं करे जो हमारे पंजाब ने करे हैं एंड प्लस many years ago Rajasthan government came up with a scheme where all the small हवेलीज the किलाज जिनके पास था उन्हें बहुत अच्छे लोन्स दिए गए with a very low rate of interest और सिर्फ कंडीशन ये थी कि आपको अपने हवेली को रिस्टोर करके एज इट इज रखना है एंड उसकी वजह से राजस्थान में टूरिज्म बहुत बढ़ा और टूरिज्म की वजह से दे हैड अ रेगुलर इनकम टू मेंटेन देयर हेरिटेज सो अनफॉर्चुनेटली पंजाब में ये नहीं हो पाया बिकॉज पंजाब ने पहले तो इन्वेडर्स भी बहुत फेस करे फिर पार्टीशन के टाइम भी बहुत नुकसान हुआ फिर 84 के बाद तो पंजाब के ऊपर वन आफ्टर अनदर कुछ ना कुछ प्रॉब्लम्स आती रही सो दैट्स व्हाई आई थिंक पंजाब में नहीं हो पाया या ਪਰ ਆਈ ਥਿੰਕ ਤੁਸੀਂ ਵੀ ਐਗਰੀ ਕਰ ਸਕਦੇ ਵੀ ਜੇ ਇਹ ਆਪਾਂ ਬਚਾਉਂਦੇ ਆ ਪੁਰਾਣੇ ਹੈਰੀਟੇਜ ਸਾਈਟਸ ਤੇ ਇਹਦੇ ਨਾਲ ਪੰਜਾਬ 'ਚ ਟੂਰਿਜ਼ਮ ਬਹੁਤ ਜ਼ਿਆਦਾ ਵਧੇਗੀ ਕਿਉਂਕਿ ਫਿਰ ਸਾਨੂੰ ਬਾਹਰ ਜਾਣ ਦੀ ਤੇ ਲੋੜ ਨਹੀਂ ਹੈ ਜਿੱਥੇ ਸਾਡੀ ਹੈਰੀਟੇਜ ਆ ਉੱਥੇ ਆਪਾਂ ਦੇਖ ਸਕਦੇ ਆ बिल्कुल एंड आई फील इट्स नेवर लेट ठीक है इतने टाइम तक हम नहीं कर पाए नहीं किया कोई बात नहीं अगर हम भी संभाल लें तो हमारा हेरिटेज संभल जाएगा सो दैट्स आई थिंक वी शुड जस्ट विद द टाइम वी शुड जस्ट थिंक कि अभी हम आगे क्या बेस्ट कर सकते हैं हम उस पर फोकस करें ना कि हमारा क्या था
क्या रह गया, क्यों नहीं कर पाए, ऐसे लेट्स मतलब आई डोंट वांट टू गेट इनटू दैट. आई ऑलवेज फील कि अभी व्हाटएवर इज द बेस्ट वी कैन डू, लेट्स थिंक ऑफ दैट एंड डू दैट. ਇਸ ਤੋਂ ਇਲਾਵਾ ਤੁਸੀਂ ਅੱਗੇ ਵੀ ਮੈਂਸ਼ਨ ਕੀਤਾ ਸੀਗਾ ਜਿਹੜੇ ਫਾਰਮਰਸ ਦੇ ਐਗਰੀਕਲਚਰਲ ਪ੍ਰੋਜੈਕਟਸ ਆ ਉਹਨਾਂ ਦੇ ਲਈ ਤੁਹਾਡੀ ਕੀ ਵਿਜ਼ਨ ਆ ਕਿਉਂਕਿ ਪੰਜਾਬ ਬਹੁਤ ਵੱਡਾ ਆਬਵੀਅਸਲੀ ਐਗਰੀਕਲਚਰ ਸਾਰਿਆਂ ਨੂੰ ਪਤਾ ਆ ਸਾਈਡ ਪੰਜਾਬ ਦੀ ਜਿਹੜੀ ਇਕਨੋਮੀ ਆ ਸੋ ਇਹਦੇ ਲਈ ਤੁਹਾਡੀ ਕੀ ਸੋਚ ਆ? Yes, we are agricultural based this thing, but I really want to start working. मतलब I'm actually working with the farmers and I'm trying to convince them कि हम अपना जो अभी का जो ट्रेडिशनल फार्मिंग थी पहले हमारी, जिसमें हम ग्राउंड नट्स भी उगाते थे, डिफरेंट पल्सेस भी उगाते थे, हम वापस उस पर आए, ना कि सिर्फ राइस एंड व्हीट को करें, बिकॉज राइस से बहुत ज्यादा पानी यूज हो रहा है. And there are many agriculture scientists I'm in touch with, and they come up with a lot of techniques जिसको कहते हैं bed farming and multiple cropping, जिसकी वजह से farmers अपने उसमें एक एकड़ में कहीं ज्यादा कमा सकते हैं. That, but the problem we are facing is कि it's very difficult to convince the farmer to leave that particular kind of method and switch to another method, is because then I realized that why is it so difficult. Then I realized that there's so many farmers who run their house with just 4 acres of land or 6 acres or 2 acres of land. ਹਾਂਜੀ ਉਹਨਾਂ ਦੀ ਸਾਰੀ ਕਮਾਈ ਉੱਥੋਂ to take the risk and not not able to to take the risk कि अब कर नहीं हुआ तो क्या होगा करके. So वो problem आती है. तो we are trying to convince farmers, like we thought from each village if one farmer get convinced to do 1 acre according to what we asked them to do. So I told them, I said, you do the way we are asking you to do, and for example if you make X amount of money with your way of farming, and with my way of farming, if you make more than that X amount, money is all yours. If you make less than that X amount, I will give you the difference, but do it. Yeah, so we are trying to convince. ਇਹ ਬਹੁਤ ਵੱਡੀ ਗੱਲ ਆ ਕਿਉਂਕਿ ਫਿਰ ਉਹਨਾਂ ਨੂੰ ਸਟੈਬਿਲਿਟੀ ਵੀ ਮਿਲ ਜਾਂਦੀ ਆ ਵੀ ਉਹਨਾਂ ਨੂੰ ਲਾਸ ਨਹੀਂ ਹੋਊਗਾ ਵਿੱਚੋਂ. Yes, तो उनका वो एक बार रिस्क कवर हो जाता है, तब वो सामने वाला हिम्मत कर पाता है कि हम करें. So let's see, we are trying for each villages, we are trying one farmer family के साथ. So let's see how it goes. ਇਹ ਤੁਸੀਂ ਨਾਭੇ ਦੇ ਵਿੱਚ ਪ੍ਰੋਜੈਕਟ ਰਨ ਕਰ ਲਿਆ ਜਾਂ ਪੰਜਾਬ ਦੇ ਡਿਫਰੈਂਟ ਵਿਲੇਜ ਡਿਫਰੈਂਟ ਇਲਾਕਿਆਂ 'ਚ? पटियाला के पास एक फार्म बना हुआ है, वहां पे भी है. एक नाभा के पास एक विलेज है, वहां पे भी है अभी. और जो प्रोफेसर जिनकी बात कर रही हूँ उन्होंने भी 2-3 जगह किया हुआ है. सो वी हैव दिस ग्रुप वेयर व्हिचएवर फार्मर्स हमसे इसमें टच में आके करते हैं, वी शेयर द वीडियोस विद देम, वी टेल देम कि नाउ ये टाइम आ गया है, अब पानी देना है नहीं देना है, ऑल दैट. सो आई हैव दीज प्रोफेशनल एग्रीकल्चर प्रोफेसर्स हु आर हेल्पिंग मी इन दिस. ਬਹੁਤ ਵਧੀਆ ਗੱਲ ਲੱਗੀ ਸਾਨੂੰ ਵੀ ਤੁਸੀਂ not only ਸਿੱਖ ਹੈਰੀਟੇਜ ਬਚਾਉਣ ਲਈ ਪਰ ਪੰਜਾਬ ਦੀ ਇਕਨੋਮੀ ਬਚਾਉਣ ਨੂੰ ਵੀ ਤੁਸੀਂ ਅੱਗੇ ਹੋ ਕੇ ਕੰਮ ਕਰ ਰਹੇ ਆ ਔਰ ਉਹ ਵੀ ਆਪਣੇ ਐਕਸਪੈਂਸ ਤੇ ਜਿੱਦਾਂ ਤੁਸੀਂ ਦੱਸਿਆ ਵੀ ਉਹਨਾਂ ਦੀ ਲਾਸ ਕਵਰ ਕਰਨੀ ਜਾਂ ਉਹਨਾਂ ਦਾ ਪ੍ਰੋਫਿਟ ਇੱਦਾਂ ਤੁਸੀਂ ਹੈਲਪ ਕਰ ਰਹੇ ਆ. ਸੋ And I don't feel that I'm doing anything great. I'm doing it for my coming generations. अगर हमने अभी से पानी नहीं बचाया या अभी से हमारे खाने की क्वालिटी को नहीं बचाया तो हमारी आगे वाली जनरेशन्स के लिए कुछ नहीं बचेगा. सो ਹਾਂਜੀ ਹੁਣ ਜੇ ਆਪਾਂ ਜਦੋਂ ਤੁਹਾਡੇ ਫੈਮਿਲੀ ਤੇ ਮੁੜ ਕੇ ਆਈਏ ਤਾਂ ਮੈਂ ਤੁਹਾਡੀ ਮਦਰ ਇਨ ਨਾਲ ਜਦੋਂ ਬੋਲਿਆ ਸੀਗਾ ਉਹ ਕਹਿੰਦੇ ਸੀ ਵੀ ਉਹ ਤਾਂ ਹੁਣ ਓਬਵੀਅਸਲੀ 올ਡਰ ਏਜ ਸੀ ਕਿ ਸੋ ਇੰਨਾ ਕੁਛ ਲਰਨ ਨਹੀਂ ਕਰ ਸਕੇ ਪਰ ਉਹ ਕਹਿੰਦੇ ਸੀ ਤੁਸੀਂ ਪੰਜਾਬੀ ਲਿਖਣੀ ਬੋਲਣੀ ਇਹ ਸਾਰਾ ਕੁਛ ਤੁਸੀਂ ਚਾਹੁੰਦੇ ਆ ਸਿੱਖਣ ਨੂੰ. ਸੋ ਹੁਣ ਤੁਸੀਂ ਕਲਾਸਿਸ ਲੈਂਦੇ ਆ ਜਾਂ ਸਿੱਖਣ ਨੂੰ ਪੰਜਾਬੀ ਤੇ ਲਿਖਣੀ? So initially तो I called one elderly gentleman, one Babaji, and then when he came to teach me, so for a few days so I didn't understand anything, and I thought learning Punjabi would be a very difficult thing. How will I do it? And I wasn't understanding. Then I went to दमदमा साहब. वहाँ पे बोलते हैं वहाँ पे लिखकर अगर हम आते हैं पंजाबी तो हमें वो जल्दी बोलना आ जाती है, जल्दी लिखना आ जाती है. So I went there, वहाँ बैठ के मैंने कॉपी कर करके पूरा लिखा. And I don't know then how did I get the idea. Then I got a school teacher जो बच्चों को सिखाते हैं पंजाबी. I called her to teach me, and that's how then it became easy for me to learn uda eda idi and all the matras and everything. But speaking I'm still not very confident.
ਤੇ ਹੁਣ ਨਾਭੇ ਆ ਕੇ ਤੁਹਾਨੂੰ ਲੱਗਿਆ ਵੀ ਤੁਸੀਂ ਜਿੱਦਾਂ ਸਿੱਖ ਹਿਸਟਰੀ ਬਾਰੇ ਕਾਫੀ ਲਰਨ ਕੀਤਾ ਹੋਣਾ, ਤੁਸੀਂ ਸਾਨੂੰ ਦੱਸਿਆ ਵੀ ਆ ਤੁਹਾਡੀ ਸਿੱਖੀਜ਼ਮ ਦੇ ਨਾਲ ਕਨੈਕਸ਼ਨ ਇਹਦੇ ਨਾਲ ਵਧੀ नाभा आके मुड़ के? बिल्कुल पता लगा, और पहले भी जैसे आपको बता रही थी दैट ओल्ड जेंटलमैन यूज्ड टू टेल मी, एंड देन पता लगने के बाद मुझे अपने लॉ साइड फैमिली से, अपने इस हेरिटेज से और ज्यादा लगाव हो गया, और ज्यादा अंदर सजेस्ट हो गई कि इसको बचाना बहुत जरूरी है। और अगर हमारी जनरेशन, अगर हमने नहीं करा तो आगे तो फिर कुछ नहीं हो पाएगा। एंड स्पेशली व्हेन माय सन वांटेड टू डू इट, तो आई थॉट इट इज माय एज अ मदर, एज अ पेरेंट, माय रिस्पांसिबिलिटी दैट आई शुड सपोर्ट माय सन and let him do this. ਮੈਂ ਤੁਹਾਡੇ ਸਰ ਨੂੰ ਵੀ ਇਹੀ ਕੁਐਸਚਨ ਪੁੱਛਿਆ ਸੀਗਾ, ਤੁਹਾਨੂੰ ਵੀ ਪੁੱਛਦਾ ਵੀ ਜੇ ਤੁਹਾਡੇ ਕੋਲ ਪੰਜਾਬ ਦੇ ਲੋਕਾਂ ਲਈ ਕੋਈ ਮੈਸੇਜ ਹੈਗਾ ਤਾਂ ਤੁਸੀਂ ਕੀ ਦੇ ਸਕਦੇ ਹੋ ਉੱਥੇ ਰਹਿੰਦੇ ਹੋਇਆ? पंजाब के लोगों को यही मैसेज दूंगी कि जो हमारे मतलब हमारे गुरुओं ने जो बलिदान देके हमें जो दिया है, जो हमारे गुरुओं के जो बलिदान की वजह से हमारे पास आज सब कुछ है, या हमारी खेती बाड़ी हो, या कुछ हमारा एनवायरनमेंट हो, या नदियां हो, ये हमारे सब गुरु की कृपा से सब है यहाँ पंजाब में। और हम इतनी स्ट्रॉन्ग कौम है, वी आर वॉरियर्स, वी आर फाइटर्स, हम इतनी स्ट्रॉन्ग कौम है, हम उसको नशे में ख़त्म ना करें, हमारे वो जो इतनी स्ट्रॉन्ग जीन्स हैं उसको नशे में डालकर ख़त्म ना करें, और अपने हेरिटेज को बचाएं, अपने पानी को बचाएं, अपना खेती बाड़ी खाना शुद्ध करें। एंड जो हमारे गुरुओं ने हमें सिखाया है, सिक्खी के साथ चलें, सेवा करें, सिक्खी के साथ चलें। दैट्स ऑल। ਬਹੁਤ ਵੱਡੀ ਗੱਲ ਆ। ਸੋ ਥੈਂਕ ਯੂ ਤੁਹਾਡਾ ਵੀ ਤੁਸੀਂ ਅੱਜ ਸਾਨੂੰ ਟਾਈਮ ਦਿੱਤਾ, ਨਾਲੇ ਸਾਡੀ ਹੈਲਪ ਕੀਤੀ ਸਾਰਿਆਂ ਤੱਕ ਪਹੁੰਚਾਉਣ ਦੀ ਸਿੱਖ ਹਿਸਟਰੀ, ਨਾਭੇ ਦੀ ਹਿਸਟਰੀ, ਜੋ ਕਿ ਇੱਕ ਬਹੁਤ ਵੱਡੀ ਵਿਰਾਸਤ, ਕਈ ਗੱਲਾਂ ਸਾਨੂੰ ਵੀ ਅੱਜ ਪਹਿਲੀ ਵਾਰੀ ਪਤਾ ਲੱਗੀਆਂ। ਸੋ ਤੁਹਾਡਾ ਬਹੁਤ ਬਹੁਤ ਧੰਨਵਾਦ। ਥੈਂਕ ਯੂ। ਸਤਿ ਸ਼੍ਰੀ ਅਕਾਲ।